ਇਹਨੂੰ ਧਿਆਨ ਨਾਲ ਸੁਣਨਾ। Let's pay attention here. ਜਿਹੜਾ ਮੈਂ ਪ੍ਰਚਾਰ ਕਰਨਾ ਹੈ Today what I'm going to preach, ਉਹਨੂੰ ਖਿਆਲ ਨਾਲ ਸੁਣਨਾ। pay attention. ਬਹੁਤ ਘੱਟ ਮੈਂ ਗਿਣਤੀ 'ਚ ਇਦਾਂ ਦੇ ਕੁਝ ਲੋਕ ਵੇਖੇ ਆ, ਦੇਖੇ ਨਹੀਂ, ਵੈਸੇ ਤੁਸੀਂ ਵੀ ਨਹੀਂ ਦੇਖੇ ਹੋਣੇ, ਕਦੀ ਦੇਖੇ ਤੁਸੀਂ ਵੀ ਨਹੀਂ, ਮੈਂ ਵੀ ਨਹੀਂ ਵੇਖੇ, ਜਿਹੜੀ ਅੱਜ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਪ੍ਰਭੂ ਦੇ ਵਿੱਚ। A few number of people I have seen, there is something that I want to share with you today. ਇਹ ਗੱਲ ਇਦਾਂ ਲੱਗਦੀ ਆ ਇੱਕ ਇਤਿਹਾਸਿਕ ਗੱਲ ਜਿੱਦਾਂ ਬਣ ਜਾਂਦੀ, ਇਤਿਹਾਸ ਇਦਾਂ ਦੀ ਗੱਲ ਇੱਕ ਮੈਂ ਕਰਨਾ ਚਾਹੁੰਦਾ ਤੁਹਾਡੇ ਨਾਲ। It seems like a historical thing. ਮੈਨੂੰ ਇਦਾਂ ਕਿ ਮੇਰਾ ਉੱਥੇ ਹੈ ਨਹੀਂ, ਮੇਰੇ ਮਨ 'ਚ ਸੀ ਪ੍ਰਭੂ ਜੀ ਮੈਂ ਕਿੱਦਾਂ ਬੋਲਾਂ, ਤੇ ਹੁਣ ਮੇਰੇ ਮਨ 'ਚ ਆ ਕਿ ਮੈਂ ਤੁਹਾਨੂੰ ਕੁਝ ਗੱਲਾਂ ਸਿਖਾ ਸਕਾਂ ਜੀ ਨਾ। It wasn't my topic, but there is in my heart a burden to share it with you. ਇੱਥੇ ਇੱਕ ਮੈਰਿਜ ਪਰਸੋਂ ਚੌਥੇ ਕੀਤੀ ਮੈਂ। A wedding was organized few days ਉਹ ਤੋਂ ago. ਮੈਨੂੰ ਬੜਾ ਸਿੱਖਣ ਨੂੰ ਮਿਲਿਆ। There was a lot of things that I learned from that. ਉਹ ਮੈਰਿਜ ਦੇ ਅੰਦਰ ਕੁਝ ਖਾਸ ਗੱਲ ਸੀ। There was something special in that wedding. ਉਹਦੇ ਅੰਦਰ ਇੱਕ ਖਾਸ ਗੱਲ ਲੱਗੀ ਮੈਨੂੰ ਨਾ। There was something special. ਉਹ ਇਦਾਂ ਸੀ ਕਿ ਜਿੱਦਾਂ ਦੂਜਿਆਂ ਨਾਲੋਂ ਡਿਫਰੈਂਟ, ਦੂਸਰਿਆਂ ਨਾਲੋਂ ਬਹੁਤ ਅਲੱਗ ਮੈਰਿਜ। It was quite unique and different than other weddings. ਹੁਣ ਤੁਸੀਂ ਇਹਦਾ ਪੁੱਛੋਗੇ ਉੱਚੀ ਕਿਹੜੀ ਖਾਸ ਗੱਲ ਸੀ ਮੈਰਿਜ ਵਿੱਚ? You might think what was special in that. ਉੱਚੀ ਇੱਕ ਖਾਸ ਗੱਲ ਸੀ। There was something special. ਜਿਹੜੀ ਲੜਕੀ ਦੀ ਸ਼ਾਦੀ ਕੀਤੀ, The girl who got married ਜਿਹੜੇ ਲੜਕੇ ਦੀ ਸ਼ਾਦੀ ਕੀਤੀ, and the boy who got married, ਉਹ ਦੋਨਾਂ ਦੇ ਜੀਵਨ ਸਾਥੀ ਪ੍ਰਭੂ ਕੋ ਚਲੇ ਗਏ ਹੋਏ ਆ। and the partners, the previous partners have already they have gone to God. ਜਿਹੜੀ ਲੜਕੀ ਆ ਉਹਦਾ ਹਸਬੰਡ ਵੀ ਮਰ ਗਿਆ, ਉਹਦਾ ਜਿਹੜਾ ਲੜਕਾ ਉਹਦੀ ਵੀ ਵਾਈਫ ਮਰ ਚੁੱਕੀ। And the lady who got married, her first husband died, and the boy, his wife died. ਤੁਸੀਂ ਪੁੱਛੋਗੇ ਇਹਦੀ ਕਿਹੜੀ ਖਾਸ ਗੱਲ ਆ? You might think, what is special? ਇਹਦੇ ਵਿੱਚ ਖਾਸ ਗੱਲ There is something special ਜਿਹੜੀ ਕੋਈ ਨਹੀਂ ਕਰ ਸਕਿਆ। that nothing could do. ਮੈਨੂੰ 34 ਸਾਲ ਹੋ ਗਏ ਪ੍ਰਭੂ ਦੇ ਵਿੱਚ, It's been 34 years in the Lord, ਪਰ 34 ਸਾਲਾਂ 'ਚ ਮੈਂ ਕਦੀ ਇਦਾਂ ਦੀ ਗੱਲ ਨਹੀਂ ਦੇਖੀ, but I have never seen such a ਤੇ thing, ਤੁਸੀਂ ਵੀ ਨਹੀਂ ਕਦੀ ਵੇਖੀ ਹੋਣੀ। and you would have never seen. ਇੱਥੇ 70 ਸਾਲ ਤੱਕ ਲੋਕ ਬੈਠੇ ਆ, There are people even 70 years old, ਉਹਨਾਂ ਨੇ ਵੀ ਕਦੀ ਇਦਾਂ ਦੀ ਗੱਲ ਨਹੀਂ ਦੇਖੀ। even they would not have seen this. ਜਿਹੜੀ ਗੱਲ ਤੁਹਾਨੂੰ ਅੱਜ ਮੈਂ ਸਮਝਾ ਰਿਹਾ ਹਾਂ, What I'm going to share with you today. ਮੈਂ ਇੱਥੇ ਮੈਰਿਜ ਪੜ੍ਹੀ। I ਮੈਰਿਜ ਜਿਹੜੀ ਆ ਉਹ ਮਤਲਬ ਪੜ੍ਹਨ ਦਾ ਮਤਲਬ ਕਿ ਮੈਂ ਉਹਨਾਂ ਨੂੰ ਸ਼ਾਦੀ ਨੂੰ ਇੱਕ ਹੋਣ ਲਈ ਮੈਂ ਪਰਮੇਸ਼ਰ ਅੱਗੇ ਬੇਨਤੀ ਕੀਤੀ। So I was the one who really blessed that couple and prayed for them. ਇਸ ਰਿਸ਼ਤੇ 'ਚ ਇੱਕ ਬੜਾ ਤੜਾ ਰੋਲ ਸੀ। There was something very vital in this relationship. ਬਹੁਤ ਤੜਾ ਰੋਲ ਸੀ। There was something very ਜਿਹੜੀ significant. ਪਰਮੇਸ਼ਰ ਦੀ ਬੇਟੀ ਸੀ, The daughter of God, ਉਹ ਆਪਣੀ ਸੱਸ ਕੋ ਮਾਂ ਕੋ ਰਹਿੰਦੀ, she stays with her mother-in-law. ਮਾਂ ਉਹਦੀ ਸ਼ਾਦੀ ਕਿਤੇ ਹੋਰ ਕਰਨਾ ਚਾਹੁੰਦੀ ਹੈ। Her mother-in-law wanted to get her married somewhere else, ਉਹ ਲੜਕੀ ਉੱਥੇ ਸ਼ਾਦੀ ਨਹੀਂ ਕਰਨਾ ਚਾਹੁੰਦੀ। but that lady didn't want to go there. ਮਾਂ, ਮੈਨੂੰ ਲੱਗਦਾ ਨਹੀਂ ਹੈ, ਮੈਂ ਸੁਣਿਆ ਸੀ ਕਦੀ ਕਿ ਮਾਂ ਹੋ ਤੇ ਆਪਣੇ ਬੱਚਿਆਂ ਨੂੰ ਖਾ ਜੂ। I have heard if there ਮਾਂ ਹੋਵੇ ਆਪਣੇ ਬੱਚਿਆਂ ਥੋੜੀ ਖਾ ਸਕਦੀ। if there is a mother, she cannot do injustice with ਸਾਡੇ her. ਲੋਕ ਪੁਰਾਣੇ ਲੋਕ ਆ ਉਹ ਇਦਾਂ ਕਹਿੰਦੇ, ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ, ਦੁਸ਼ਟ ਆਤਮਾ। Even the evil spirit, she spares one house. ਇਦਾਂ ਕਹਿੰਦੇ ਕਿ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ। Even evil spirit spares one house. ਪਰ ਮੈਂ ਇੱਕ ਇਦਾਂ ਦਾ ਸਿਸਟਮ ਵੇਖਿਆ, But I've seen such a system. ਉਹ ਉਹਨੇ ਮੇਰੇ ਦਿਲ ਨੂੰ ਨਾ ਛੂਹਿਆ। It has really touched my heart. ਕਿੰਨੇ ਸਾਲਾਂ ਤੋਂ ਮੈਂ ਸ਼ਾਦੀਆਂ ਪੜ੍ਹੀਆਂ, I have organized many weddings. ਪ੍ਰਚਾਰ ਕੀਤਾ, I have preached. ਲੰਬੇ ਚੌੜੇ ਭਾਸ਼ਣ ਦਿੱਤੇ। I have done great long preachings ਇਹ 34-35 ਸਾਲਾਂ ਦੇ ਵਿੱਚ। in 34-35 years. ਪਰ ਇਹ ਸ਼ਾਦੀ ਇੱਕ ਖਾਸ ਸ਼ਾਦੀ ਸੀ। But this was different. ਇਹ ਦੂਜਿਆਂ ਨੂੰ ਇੱਕ ਵੱਖਰੀ ਸ਼ਾਦੀ ਸੀ। This was really unique. ਹੁਣ ਮੈਂ ਇਹਦੇ ਬਾਰੇ ਤੁਹਾਨੂੰ ਚਾਨਣਾ ਪਾਉਣਾ ਚਾਹੁੰਦਾ। Now I want to put some light. ਤੁਹਾਨੂੰ ਵੀ ਲੱਗੇਗਾ ਬੜੀ ਅਜੀਬ ਗੱਲ ਆ। You might think it's very strange. ਔਰ ਜਿਹੜੇ ਬਜ਼ੁਰਗ ਆ ਉਹ ਗੱਲ ਤੋਂ ਉਹ ਸਿੱਖਣ ਇਸ ਗੱਲ ਨੂੰ, ਜਿਹੜੇ ਬਜ਼ੁਰਗ ਆਪਣੀ ਉਮਰ ਤੋਂ ਲੰਘੇ ਉਹ ਸਿੱਖਣ ਇਸ ਗੱਲ ਨੂੰ। And those who have crossed this age, the elderly people should learn this. ਮੈਂ ਸੁਣਨਾ ਚਾਹੁੰਦਾ ਤੁਹਾਨੂੰ। I want to tell you. ਉਹ ਜਿਹੜੀ ਸ਼ਾਦੀ ਕੀਤੀ ਗਈ ਆ, ਮੰਮੀ ਕਿਤੇ ਹੋਰ ਚਾਹੁੰਦੀ ਸੀ ਤੇ ਸ਼ਾਦੀ, ਤੇ ਉਹ ਲੜਕੀ ਨੂੰ ਅਸੈਪਟ ਨਹੀਂ ਸੀ ਕਰ ਰਹੀ, ਮੰਨ ਰਹੀ ਸੀ। And the mother-in-law wanted to get her daughter-in-law married somewhere else. ਸ਼ਾਇਦ ਉਹਦੇ ਇੱਕ ਕਾਰਨ ਸੀ। There was some reason behind ਮੈਨੂੰ it. ਪਤਾ ਲੱਗਾ ਉਹ ਜਿੱਥੇ ਉਹ ਸ਼ਾਦੀ ਕਰਨਾ ਸੀ ਉਹ ਬੜਾ ਅਮੀਰ ਆਦਮੀ ਸੀ। I got to know that he was a rich person. ਉਹ ਚਾਹੁੰਦਾ ਸੀ ਲੜਕੀ ਦੇ ਨਾਮ ਮੈਂ ਖੇਤ ਵੀ ਲਾ ਦੂੰਗਾ। And he was even ready to offer her fields to her. ਪਰ ਲੜਕੀ ਕਹਿੰਦੀ ਖੇਤ ਨਹੀਂ ਚਾਹੀਦਾ, Lady said, I don't want the fields. ਉਹਨੂੰ ਵਿਸ਼ਵਾਸੀ ਮੁੰਡਾ ਚਾਹੀਦਾ ਹੈ।
She needs a believer guy. ਉਹਨੂੰ ਵਿਸ਼ਵਾਸੀ ਮੁੰਡਾ ਚਾਹੀਦਾ ਹੈ, She needs a believer person. ਖੁਦਾ ਨੂੰ ਮੰਨਣ ਵਾਲਾ ਹੋਵੇ। The one who believes in Lord. ਇਹ ਗੱਲ ਮੈਨੂੰ ਅੱਛੀ ਲੱਗੀ। I really liked it. ਉਹਨੇ ਉਹ ਪਰੇਸ਼ਾਨੀ ਦੇ ਕਾਰਨ ਆਪਣੀ ਸੱਸ ਦਾ ਘਰ ਛੱਡਤਾ, ਉਹਨੇ ਆਪਣੀ ਮਾਂ ਦਾ ਘਰ ਛੱਡਤਾ, And because of this, she left her mother's home, ਜਿੱਥੇ ਵਿਆਹੀ ਸੀ, where she was married, ਫਿਰ ਉਸੇ ਘਰ 'ਚ ਵਾਪਸ ਚਲੀ ਗਈ, and she came back to her mother-in-law. ਆਪਣੀ ਸੱਸ ਕੋ ਗਈ, She went to her mother-in-law, ਉਹਨਾਂ ਜਾ ਕੇ ਗੱਲ ਕੀਤੀ and she spoke to her. ਕਿ ਮੇਰਾ ਇਹ ਹਾਲਾਤ ਆ, This is the situation. ਤੁਸੀਂ ਦੇਖੋ ਇਹੋ ਜੀ ਸੱਸ ਜਿਨ੍ਹਾਂ ਨੂੰ ਗਲੇ ਲਾਇਆ, And see such a mother-in-law who embraced her. ਸੱਸ ਨੇ ਗੱਲ ਲਾਇਆ, Mother-in-law embraced ਇਹ her. ਗੱਲ ਬੜੀ ਜ਼ਬਰਦਸਤ ਹੈ। It was really amazing. ਸੱਸ ਕਿੱਥੇ ਗੱਲ ਲਾਂਦੀ ਹੈ? How can ਸੱਸ ਕੱਢ ਸਕਦੀ ਆ, a mother-in-law can, ਘਰ ਤੋਂ ਕੱਢ ਸਕਦੀ ਸੱਸ, they can throw them out. ਪਰ ਉਹਦਾ ਮੁੰਡਾ ਮਰਿਆ, ਉਹ ਕਦੇ ਗੱਲ ਥੋੜੀ ਲਾ ਸਕਦੀ ਹੈ। But if her son is dead, she cannot embrace her ਪਰ ਇਹ mother-in-law. ਗੱਲ ਮੇਰੇ ਲਈ ਬੜਾ ਚੰਬਾ ਸੀ, But this was really unique. ਬਹੁਤ ਅੱਛੀ ਗੱਲ ਸੀ। It was such a beautiful thing. ਉਹਨੇ ਗੱਲ ਲਾਇਆ, She embraced her ਉਸ daughter-in-law. ਸੱਸ ਮਾਂ ਨੇ And that mother-in-law, ਆਪਣੇ ਹੱਥੀ with her own hands, ਆਪਣੀ ਨੂੰਹ ਦੀ ਸ਼ਾਦੀ ਕੀਤੀ, and she, ਮਾਂ ਬਣ ਕੇ ਕੀਤੀ। being her mother, she ਜਿਸ gave. ਘਰ ਵਿੱਚ ਏਦਾਂ ਦੀ ਸੱਸ ਹੋਵੇ, Now where there is such a ਉਸ mother-in-law, ਘਰ 'ਚ ਪਰੇਸ਼ਾਨੀ ਕੋਈ ਨਹੀਂ, there will be no trouble. ਉਸ ਘਰ 'ਚ ਕੋਈ ਮੁਸ਼ਕਲ ਹੀ ਹੈ ਨਹੀਂ। There will be no trouble. ਇਹ ਉਹਨੇ ਇੱਕ ਮਾਂ ਦਾ ਪਿਆਰ ਦਿੱਤਾ। And she gave such a ਜਿਵੇਂ love. ਮੈਂ ਉਹਨੂੰ ਮਿਲਿਆ, When I met her ਉਹਦੀ here, ਅੱਖਾਂ 'ਚ ਅਥਰੂ ਸੀ। she was crying. ਉਸ ਜਿਹੜੀ ਭੈਣ ਜੀ ਸੀ, ਉਹ ਮਾਂ ਜਿਹੜੀ ਸੀ ਲੜਕੀ ਦੀ ਸਾਸੂ ਮਾਂ, ਉਹਦੀਆਂ ਅੱਖਾਂ 'ਚ ਆਂਸੂ ਸੀ, ਆਂਸੂ। And that mother-in-law, her eyes welled up with tears. ਇਹ ਗੱਲ ਬੜੀ ਜ਼ਬਰਦਸਤ ਮੈਨੂੰ ਲੱਗੀ ਕਿ ਇੰਨਾ ਪਿਆਰ, I was really caught up by this thing. It was such a great love. ਇਹ ਗੱਲ ਬਹੁਤ ਜ਼ਬਰਦਸਤ ਹੈ। It is really unique. ਏਦਾਂ ਕੌਣ ਸੱਸ ਮਾਂ ਕਰਦੀ ਹੈ? Who can ਤੁਹਾਡੀ love? ਦ੍ਰਿਸ਼ਟੀ 'ਚ ਕਿਸੇ ਨੇ ਤਾਂ ਦੇਖਿਆ ਵਾ ਕਿ ਕਿਸੇ ਨੇ ਆਪਣੀ ਨੂੰਹ ਨੂੰ ਆਪਣੇ ਹੱਥੀਂ ਵਿਆਹਿਆ ਹੋਵੇ, If you have seen ਕਿ somebody like ਮਨ that, ਅੰਦਰੋਂ ਕਰੀ ਫੜਦਾ ਨਹੀਂ ਹੈ? don't you feel bad? ਮਨ 'ਚ ਫੀਲਿੰਗ ਤਾਂ ਹੀ ਮੇਰਾ ਬੇਟਾ ਇਸ ਜਗ੍ਹਾ ਤੇ ਸੀ ਕਦੀ, And she felt that my son used to be ਅੱਜ ਮੈਂ here. ਆਪਣੇ ਹੱਥੀਂ ਇਹਨੂੰ ਤੋੜਦੀ ਪਈ ਹਾਂ। And now today I am ਇਹ ਗੱਲ saying, ਔਖੀ ਆ, this is really tough. ਬਹੁਤ ਔਖੀ ਆ। This is really tough. ਇਹ ਗੱਲ ਮੈਂ ਦੇਖੀ, This is what I saw. ਇਹ ਗੱਲ ਜਿਹੜੀ ਆ ਮੈਨੂੰ ਬਹੁਤ ਅੱਛੀ ਲੱਗੀ। And I was really touched by it. ਤੁਸੀਂ ਨਹੀਂ ਕਦੀ ਵੇਖੀ ਹੋਣੀ, You might not have ਜੇ seen. ਕਿਸੇ ਨੇ ਵੇਖੀ ਆਪਣਾ ਹੱਥ ਖੜਾ ਕਰੇ। ਇੱਥੇ 70 ਸਾਲ ਤੋਂ ਜ਼ਿਆਦਾ ਲੋਕ ਬੈਠੇ ਆ, ਉਹ ਦੱਸਣ ਕਿ ਮੈਂ ਇਦਾਂ ਦੀ ਦੇਖਿਆ, ਕਿ ਬਲਕਿ ਇਹ ਕਹਿੰਦੀ ਆ, ਸੱਸ ਕੀ ਕਹੇਗੀ, ਰਿਸ਼ਤੇਦਾਰ ਕੀ ਕਹਿਣਗੇ, ਬੇਟਾ ਹੁਣ ਤੇਰੇ ਕੋਲ 2 ਬੱਚੇ ਹੈਗੇ, ਇੱਥੇ ਗੁਜ਼ਾਰ ਦੇ ਆਪਣੀ ਜ਼ਿੰਦਗੀ ਇੱਥੇ ਗੁਜ਼ਾਰ ਦੇ, ਇਹ ਸੱਸ ਮਾਂ ਕਹੇਗੀ। A mother-in-law would rather ask her daughter-in-law to spend the life here. ਜੇ ਆਪਣੀ ਬੇਟੀ ਦਾ ਘਰ ਵਾਲਾ ਮਰ ਜਾਏ, And if her own daughter's son die, ਫਿਰ ਉਹ ਮਾਂ ਪਤਾ ਕੀ ਕਹੇਗੀ? and you know, then what would ਜਿਹਦੀ she? ਸੋਚ ਡਿਫਰੈਂਟ ਹੋਏਗੀ, Then her thought ਫਿਰ ਉਹ would be. ਕਹੇਗੀ ਕਿੱਦਾਂ ਜ਼ਿੰਦਗੀ ਕੱਟਣੀ ਹੈ, Then she would ask ਮੇਰੀ her ਬੇਟੀ ਤਾਂ ਬਹੁਤ ਜਵਾਨ ਆ, that my daughter is really ਕਿੱਦਾਂ young. ਕਿੰਨੀ ਮੁਸ਼ਕਲ ਆ, It is really ਉਸ tough. ਸਮਾਂ ਪਾ ਕੇ And then it ਉਹ has ਰਿਸ਼ਤਾ to, ਲੱਭੇਗੀ। and then she would ਆਪਣੇ find out. ਰਿਸ਼ਤੇਦਾਰਾਂ ਨੂੰ ਕਹੂਗੀ She would ask her relatives. ਕਿ ਤੁਹਾਨੂੰ ਪਤਾ ਹੀ ਆ ਕੁੜੀ ਜਵਾਨ ਆ, ਆਪਾਂ ਹੁਣ ਕਿਤੇ ਤੋਰਨੀ ਵੀ ਹੈਗੀ, ਬਿਠਾਣੀ ਵੀ ਹੈਗੀ। You know that my daughter is young. We have to. ਇਹ ਫਰਕ ਹੁੰਦਾ ਹੈ, Now this is the difference. ਇਹ ਫਰਕ ਹੁੰਦਾ ਹੈ, This is the difference. ਇਹ ਫਰਕ ਆ ਨੌ ਤੇ ਸੱਸ ਦਾ। This is the difference between it. ਪਰ ਇਹ ਜਿਹੜੀ ਸਾਸੂ ਮਾਂ ਮੈਂ ਵੇਖੀ ਆ, But this mother-in-law that I saw, ਇਹਨੇ ਮਾਂ ਬਣ ਕੇ ਕੰਮ ਕੀਤਾ। she became like a mother and then she did it. ਇਹ ਗੱਲ ਮੈਨੂੰ ਨਹੀਂ ਪਤਾ ਤੁਹਾਨੂੰ ਕਿੱਦਾਂ ਲੱਗੀ, ਪਰ ਮੇਰੇ ਲਈ ਇਹ ਬਹੁਤ ਅੱਛੀ ਗੱਲ ਸੀ। I don't know, how did you feel it? ਇਹ ਗੱਲ ਮੈਂ ਜ਼ਿੰਦਗੀ 'ਚ ਪਹਿਲੀ ਦਫਾ ਦੇਖੀ, I saw this first time in my life. ਔਰ ਮੈਂ ਤਾਂ ਲਗਾਤਾਰ ਮੇਰੇ ਮਨ 'ਚ ਹੈ ਕਿ ਉਹਦੀ ਇਹੋ ਜੀ ਭੈਣ ਲਈ ਲਗਾਤਾਰ ਦੁਆ ਕਰਨੀ ਚਾਹੀਦੀ। And I feel we should continue to pray for such a sister. ਉਹ ਜੇ ਇਦਾਂ ਗਵਾਹ ਬਣ ਕੇ ਜੀਵੇ ਦੁਨੀਆ 'ਚ, And if she becomes such a witness and ਜਗ੍ਹਾ live, ਜਗ੍ਹਾ ਗਵਾਹੀ ਦੇਵੇ and she goes and gives this ਕਿ ਮੈਂ ਆਪਣੀ testimony, ਧੀ ਬਣ ਕੇ ਤੋਰੀ ਆ, that like my daughter I ਤੇ stand her, ਤੁਹਾਨੂੰ ਵੀ ਚਾਹੀਦਾ ਹੈ and then you also need, ਆਪਣੀਆਂ ਬੇਟੀਆਂ ਵਾਂਗੂ ਨਿਰਵਾਹ ਕਰੋ। that like your daughter you will treat ਮੈਂ them. ਤਾਂ ਲੱਗੂੰਗਾ That's how I would say. ਉਸ ਘਰ 'ਚੋਂ ਪ੍ਰੋਬਲਮ ਖਤਮ ਹੋ ਜਾਏਗੀ, Then there will be no problem in that ਫਿਰ ਇਹ family. ਕਹਾਣੀ ਪੂਰੀ ਹੋਵੇਗੀ, And then ਬਾਈਬਲ ਦੀ ਕੈਦ ਪੂਰੀ ਹੋਵੇਗੀ। and then the words of the ਆਈਏ Bible. ਰੂਥ ਦੀ ਪੁਸਤਕ Let's read the book of Ruth. ਦੇਖਿਓ ਤੇ ਕੀ ਲਿਖਿਆ ਹੈ, Let's read it. ਆਈਏ ਦੇਖਿਓ ਕੀ ਲਿਖਿਆ ਹੈ, Let's read it. ਆਈਏ ਦੇਖਿਓ ਤੇ ਕੀ ਲਿਖਿਆ ਹੈ। ਰੂਥ ਦੇ ਬਾਰੇ ਕੀ ਲਿਖਿਆ? ਨਿਆਂ ਦੀ ਪੁਸਤਕ ਦੇ ਰੂਥ ਨਿਆਂਇਆਂ ਇੱਕ ਦੀ- ਚੈਪਟਰ ਦੀ 3 ਹੈ। ਨੌਮੀ ਦਾ ਪਤੀ ਅਬੀਮਲਕ ਮਰ ਗਿਆ ਅਤੇ ਉਹ ਔਰ ਉਸ ਦੇ ਦੋਵੇਂ ਪੁੱਤਰ ਰਹਿ ਗਏ। ਹਾਂ, ਉਹਨਾਂ ਦੋਹਾਂ ਨੇ ਮੁਆਬ ਦੀਆਂ ਤੀਵੀਆਂ ਵਿੱਚੋਂ ਵਹੁਟੀਆਂ ਵਿਆਹੀਆਂ। ਇੱਕ ਦਾ ਨਾਮ ਆਰਪਦ ਅਤੇ ਦੂਜੀ ਦਾ ਨਾਮ ਰੂਤ ਸੀ ਹਾਂ, ਅਤੇ ਉਹ 10 ਕੁ ਵਰੇ ਉੱਥੇ ਰਹੇ।
ਇਸ ਦੇ ਪਿੱਛੋਂ ਮਹਿਲੋਨ ਅਤੇ ਕਿਲਿਓਨ ਦੋਵੇਂ ਮਰ ਗਏ, ਸੋ ਉਹ ਤੀਵੀਂ ਆਪਣੇ ਦੋਹਾਂ ਪੁੱਤਰਾਂ ਅਤੇ ਪਤੀ ਕੋਲੋਂ ਇਕੱਲੀ ਛੱਡੀ ਗਈ। ਤਦੋਂ ਆਪਣੀਆਂ ਦੋਹਾਂ ਨੋਹਾਂ ਸਣੇ ਮੁਆਬ ਦੇ ਦੇਸੋਂ ਮੁੜ ਜਾਣ ਲਈ ਉੱਠੀ, ਕਿਉਂ ਜੋ ਉਸ ਨੇ ਮੁਆਬ ਦੇ ਦੇਸ਼ ਵਿੱਚ ਇਹ ਗੱਲ ਸੁਣੀ ਕਿ ਯਹੋਵਾ ਨੇ ਆਪਣੇ ਲੋਕਾਂ ਨਾਲ ਧਿਆਨ ਕੀਤਾ ਹੈ ਹਾਂ। ਅਤੇ ਉਹਨਾਂ ਨੂੰ ਰੋਟੀ ਦਿੱਤੀ ਹੈ। ਹਾਂ। ਸੋ ਉਸ ਥਾਂ ਤੋਂ ਜਿੱਥੇ ਉਹ ਹੈ ਸੀ ਆਪਣੀਆਂ ਦੋਹਾਂ ਨੋਹਾਂ ਸਣੇ ਤੁਰ ਪਈ ਅਤੇ ਯਹੂਦਾ ਦੇ ਦੇਸ਼ ਨੂੰ ਮੁੜ ਜਾਣ ਲਈ ਪੈਂਡਾ ਕੀਤਾ। ਨੌਮੀ ਨੇ ਆਪਣੀਆਂ ਦੋਹਾਂ ਨੋਹਾਂ ਨੂੰ ਆਖਿਆ, ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਜਾਓ, ਜਿਹੀ ਤੁਸਾਂ ਮੇਰੇ ਮਿਰਤਕਾਂ ਨਾਲ ਅਤੇ ਮੇਰੇ ਨਾਲ ਦਇਆ ਕੀਤੀ ਹੈ, ਤੇ ਹੀ ਯਹੋਵਾ ਤੁਹਾਡੇ ਉੱਤੇ ਦਇਆ ਕਰੇ। ਦੇਖਿਓ ਹੁਣ ਨੂੰ ਇੱਕ ਖਾਸ ਗੱਲ ਆ, ਇੱਕ ਸੱਸ ਦੀ ਆਵਾਜ਼ ਕੀ ਆ, ਬੱਚੇ ਮਰ ਗਏ, ਬੱਚੇ ਮਰ ਗਏ ਆ ਦੋਨੋਂ। ਉਹ ਕਹਿੰਦੇ ਤੁਸੀਂ ਮੇਰੇ ਮਿੱਤਰਕਾਂ ਨਾਲ ਕੀ ਕੀਤੀ ਆ, ਮੇਰੇ ਰਿਸ਼ਤੇਦਾਰਾਂ ਤੇ ਕੀ ਕੀਤੀ ਆ, ਦਇਆ। ਆਪਣਾ ਪਿਆਰ ਦਿਖਾ ਲਿਆ ਮੇਰੇ ਰਿਸ਼ਤੇਦਾਰਾਂ ਤੱਕ। ਹੁਣ ਕਈ ਵਾਰੀ ਜਿਹੜੀਆਂ ਨੋਹਾਂ ਆ ਉਹ ਸਾਸੂ ਮਾਂ ਦੇ ਰਿਸ਼ਤੇਦਾਰਾਂ ਨਾਲ ਪਿਆਰ ਨਹੀਂ ਦਿਖਾ ਸਕਦੀਆਂ। ਜਿਹੜੇ ਉਹਦੇ ਰਿਸ਼ਤੇਦਾਰ ਆਉਂਦੇ ਆ ਉਹਨੂੰ ਨਹੀਂ ਪਿਆਰ, ਉਹਦੇ ਲਈ ਉਹ ਪਿਆਰ ਆਪਣਾ ਪ੍ਰਗਟ ਨਹੀਂ ਕਰ ਸਕਦੀਆਂ। ਆਪਣੇ ਰਿਸ਼ਤੇਦਾਰਾਂ ਲਈ ਕਈ ਨੋਹਾਂ ਪਿਆਰ ਆਪਣਾ ਦਿਖਾਉਂਦੀਆਂ, ਆਪਣੇ ਆਣਗੇ ਤਾਂ ਪਿਆਰ ਆਪਣਾ ਦਿਖਾਣਗੀਆਂ, ਆਪਣੇ ਆਣਗੇ। ਜੇ ਉਹ ਰਿਸ਼ਤੇਦਾਰ ਆਪਣੇ ਉਹਦੇ ਆਪਣੇ ਕੁੰਡੇ ਵਿੱਚੋਂ ਆ ਜਾਏ, ਸੱਸ ਦੇ ਕੋਈ ਰਿਸ਼ਤੇਦਾਰ ਆ ਜਾਏ, ਉਹ ਪਿਆਰ ਛਲਕੇਗਾ ਨਹੀਂ। ਇਹ ਫਰਕ ਆ। ਇਸੇ ਕਰਕੇ ਘਰਾਂ 'ਚ ਪ੍ਰੋਬਲਮ ਹੁੰਦੀ ਆ, ਇਸੇ ਕਰਕੇ ਸਮੱਸਿਆ ਹੈ ਕਿ ਉਹ ਪ੍ਰੋਬਲਮ ਰਹਿਣੀ ਆ, ਕਿਉਂਕਿ ਉਹ ਜੀਵਨ ਹੀ ਹੈ ਨਹੀਂ ਜਿਹੜਾ ਬਾਈਬਲ ਕਹਿੰਦੀ ਹੈ। ਅਸੀਂ ਯਿਸੂ ਮਸੀਹ 'ਚ ਆ ਜਾਂਦੇ ਆ, ਆ ਗਏ ਆ, ਪਰ ਸਾਡੇ ਕੰਮ ਜਿਹੜੇ ਨਾ ਉਹ ਸਾਡੇ ਨਾਲ ਹੀ ਆ ਗਏ ਆ। ਪੁਰਾਣੀ ਜ਼ਿੰਦਗੀ ਬਾਈਬਲ ਕਹਿੰਦੀ ਆ, ਉਤਪਤੀ ਦੀ ਪੁਸਤਕ ਪੜਾਂਗੇ ਨਹੀਂ, ਲਿਖਿਆ ਜਿਲੇ ਉਹ ਲੋਕ ਨਿਕਲ ਕੇ ਆਏ ਤੇ ਮੂਰਤਾਂ ਨਾਲ ਹੀ ਆ ਗਈਆਂ। ਇਹਦਾ ਲਿਖਿਆ ਜਿਲੇ ਉਹ ਨਿਕਲ ਕੇ ਆਏ ਆ, ਉਹ ਮੂਰਤਾਂ ਚੋਰੀ ਦੇ ਨਾਲ ਉਸ ਲੇਡੀਜ਼ ਨੇ, ਤੁਸੀਂ ਜਾਣਦੇ ਹੋ ਕਿ ਉਹਨੇ ਵਿੱਚ ਹੀ ਰੱਖੀਆਂ, ਮੂਰਤਾਂ ਨਾਲ ਹੀ ਲਈ ਹੈ। ਪੁਰਾਣੀ ਜ਼ਿੰਦਗੀ, ਪੁਰਾਣਾ ਜੀਵਨ ਨਾਲ ਹੀ ਆਉਂਦਾ ਸਾਡਾ, ਛੱਡ ਕੇ ਥੋੜ੍ਹੀ ਆਉਂਦੇ। ਉੱਥੇ ਸਮੱਸਿਆ ਆ, ਜਿਲੇ ਸਾਨੂੰ ਪੁਰਾਣੀਆਂ ਗੱਲਾਂ ਨਾਲ ਲੈ ਕੇ ਆਉਂਦੇ ਹਾਂ, ਉੱਥੇ ਪ੍ਰੋਬਲਮ ਆਉਂਦੀ ਆ, ਉੱਥੇ ਸਮੱਸਿਆ। ਉਹਨਾਂ ਨੇ ਕੀ ਲਿਖਿਆ, ਯਹੋਵਾ ਅਜਿਹਾ ਕਰੇ ਪਰਮੇਸ਼ਰ ਅਜਿਹਾ ਕਰੇ ਜੋ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ। ਤੁਸੀਂ ਜਾਓ ਮੇਰੀਓ ਬੇਟੀਓ, ਜਾ ਕੇ ਕੀ ਕਰੋ, ਸ਼ਾਦੀ ਕਰੋ, ਆਪਣੇ ਘਰਾਂ 'ਚ ਸੁੱਖ ਪਾਓ। ਔਰ ਤਦ ਉਸਨੇ ਉਹਨਾਂ ਨੂੰ ਚੁੰਮਿਆ ਤਦ ਉਸੇ ਨੂੰ ਚੁੰਮਿਆ ਅਤੇ ਉਹ ਉੱਚੀ ਆਵਾਜ਼ ਨਾਲ ਰੋਈਆਂ। ਉੱਚੀ ਆਵਾਜ਼ ਨਾਲ ਰੋਈਆਂ। ਫਿਰ ਉਹਨਾਂ ਨੇ ਉਹਨੂੰ ਆਖਿਆ, ਉਹਨਾਂ ਨੂੰ ਆਖਿਆ, ਸੱਚਮੁੱਚ ਅਸੀਂ ਤੇਰੇ ਨਾਲ ਤੇਰਿਆਂ ਲੋਕਾਂ ਦੇ ਵਿੱਚ ਜਾਵਾਂਗੀਆਂ। ਔਰ ਅੱਗੋਂ ਨੌਮੀ ਨੇ ਆਖਿਆ, ਹੇ ਮੇਰੀਓ ਧੀਓ ਮੁੜ ਜਾਓ, ਮੇਰੇ ਉਹ ਨਾਲ ਕਹਿੰਦੀਆਂ ਨਹੀਂ, ਅਸੀਂ ਸਾਸੂ ਮਾਂ, ਅਸੀਂ ਤੇਰੇ ਨਾਲ ਹੀ ਰਹਿਣਾ ਚਾਹੁੰਨਾ ਪਸੰਦ ਕਰਦੀਆਂ ਹਨ। ਉਹਦੀ ਭਾਸ਼ਾ ਦੇਖੀ, ਕਹਿੰਦੀ ਨਹੀਂ ਮੇਰੀ ਬੇਟੀਓ ਮੁੜ ਜਾਓ ਵਾਪਸ, ਜਾ ਕੇ ਤੁਸੀਂ ਜਵਾਨ ਹੋ, ਜਾ ਕੇ ਮੈਰਿਜ ਕਰੋ, ਆਪਣੇ ਘਰਾਂ ਨੂੰ ਚਲ ਜਾਓ, ਜਾ ਕੇ ਸ਼ਾਦੀशुदा ਕਰੋ, ਆਪਣੇ ਘਰ ਵਸਾਓ। ਇੱਕ ਸੱਸ ਦੀ ਇੱਕ ਕਹਾਣੀ ਹੈ। ਔਰ ਕੀ ਲਿਖਿਆ, ਮੇਰੇ ਨਾਲ ਕਾਹਨੂੰ ਤੁਰਦੀਆਂ ਹੋ। ਮੇਰੇ ਨਾਲ ਕਾਹਨੂੰ ਤੁਰਦੀ ਹੋ, ਤੁਸੀਂ ਜਾਓ ਆਪਣੇ ਘਰ ਵਸਾਓ। ਔਰ ਫਿਰ ਭਲਾ ਮੇਰੀ ਕੁੱਖ ਵਿੱਚ ਕੋਈ ਹੋਰ ਪੁੱਤਰ ਹਨ ਹਾਂ, ਜੋ ਤੁਹਾਡੇ ਪਤੀ ਬਣਨ। ਹੇ ਇਹ ਗੱਲ ਮੇਰੀਓ ਧੀਓ, ਬਹੁਤ ਅੱਛੀ ਸੀ। ਇਹ ਗੱਲ ਉਹਨੇ ਕਿੰਨੇ ਪਿਆਰ ਨਾਲ ਗੱਲ ਕੀਤੀ, ਮੇਰੀ ਉਹ ਬੇਟੀਓ ਕਰਕੇ ਗੱਲ ਕੀਤੀ ਹੈ। ਸਮੱਸਿਆ ਕਿਉਂ ਆ ਪਰਿਵਾਰ ਦੇ ਵਿੱਚ, ਨੋ ਸੱਸ ਵਿੱਚ? ਉਹ ਨੋ ਹੀ ਸਮਝਦੀ ਹੈ। ਜਿੱਦਣ ਬੇਟੀ ਸਮਝੇਗੀ ਨਾ, ਉਦੋਂ ਘਰ 'ਚ ਪ੍ਰੋਬਲਮ ਖਤਮ ਹੋ ਜਾਊਗੀ। ਉਹ ਨੋ ਕਰਕੇ ਹੀ ਸਮਝਦੀ, ਨੋ ਆ ਮੇਰੀ ਹੈ। ਇਹੀ ਘਰ 'ਚ ਸਮੱਸਿਆ ਆ। ਜਿੱਦਣ ਤੇਰੇ ਅੰਦਰ ਇਹ ਲਾਈਨ ਕੱਟ ਹੋ ਜਾਏਗੀ ਨਾ, ਨੋ ਵਾਲੀ, ਬੇਟੀ ਵਾਲੀ ਆ ਜਾਏਗੀ, ਫਿਰ ਤੇਰਾ ਬਿਹੇਵ ਉਹਦੇ ਨਾਲ ਕੁਛ ਹੋਰ ਹੋਵੇਗਾ। ਜਿਹੜੇ ਇਹੋ ਜਿਹਾ ਪਿਆਰ ਦੋਗੇ ਤਾਂ ਉਹ ਵੀ ਕਹਿੰਦੀ ਮਾਂ ਅਸੀਂ ਤੈਨੂੰ ਛੱਡ ਕੇ ਨਹੀਂ ਜਾਣਾ। ਉਹਨੇ ਕਿਹਾ ਚਲੀ ਜਾਓ, ਮੇਰਾ ਹੋਰ ਕੋਈ ਪੁੱਤਰ ਨਹੀਂ ਆ, ਜਿਹਦੇ ਨਾਲ ਮੈਂ ਤੁਹਾਡਾ ਵਿਆਹ ਕਰ ਦੇਵਾਂ ਕਿ ਮੇਰੇ ਕੋਲ ਤੁਸੀਂ ਰਹਿ ਸਕੋ। ਲੇਕਿਨ ਬਾਈਬਲ ਵਿੱਚ ਸ਼ਾਰਟਕਟ ਤੁਹਾਨੂੰ ਟੱਚ ਕਰਾਉਣਾ ਚਾਹੁੰਦਾ। ਅਗਲੀ ਲਾਈਨ ਪੜੋ, ਇਹਦੀ 11 ਪੜੋ, ਕੀ ਲਿਖਿਆ? ਹਾਂ 11। ਹੇ ਮੇਰੀਓ ਧੀਓ ਮੁੜ ਜਾਓ, ਹਾਂ, ਮੇਰੇ ਨਾਲ ਕਾਹਨੂੰ ਤੁਰਦੀਆਂ ਹੋ। ਹਾਂ, ਭਲਾ ਮੇਰੀ ਕੁੱਖ ਵਿੱਚ ਕੋਈ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ। ਇਧਰ ਸੁਣੀਏ, ਅਗਲੀ ਲਾਈਨ ਪੜੀਏ। ਹੇ ਮੇਰੀਓ ਧੀਓ ਮੁੜ ਜਾਓ। 113 ਦੀ ਪੜਦੀ ਇਹਦੀ। ਹਾਂ, ਹੇ ਮੇਰੀਓ ਧੀਓ ਮੁੜ ਜਾਓ, ਕਿਉਂ ਜੋ ਮੈਂ ਵੱਡੀ ਬੁੱਢੀ ਹਾਂ ਅਤੇ ਪਤੀ ਇਧਰ ਕਰਨ ਯੋਗ ਨਹੀਂ। 13 ਪੜਦੀ। ਸੋ ਜਦ ਤੀਕਰ ਉਹ ਵੱਡੇ ਹੁੰਦੇ, ਜੇ ਮੇਰੇ ਹੋਰ ਬੱਚੇ ਹੁੰਦੇ, ਜਦ ਤੱਕ ਉਹ ਵੱਡੇ ਹੁੰਦੇ, ਤੁਸੀਂ ਠਹਿਰ ਸਕਦੇ ਹੋ ਨਾ ਲੰਬਾ ਸਮਾਂ?
ਜੇ ਤੁਸੀਂ ਮੇਰੇ ਕੋਲ ਰਹਿਣਾ ਚਾਹੁੰਦੇ ਹੋ, ਜਾਓ ਮੇਰੀ ਉਹ ਬੇਟੀ ਮੈਰਿਜ ਕਰ ਲਓ ਜਾ ਕੇ। ਔਰ ਤਦ ਤੀਕਰ ਤੁਸੀਂ ਠਹਿਰਦੀਆਂ ਅਤੇ ਉਸ ਦੀ ਆਸ ਉੱਤੇ ਪਤੀ ਨਾ ਕਰਦੀਆਂ। ਹਾਂ, ਨਹੀਂ ਮੇਰੀਓ ਧੀਓ, ਮੈਂ ਤੁਹਾਡੇ ਕਾਰਨ ਵੱਡੀ ਉਦਾਸ ਹਾਂ। ਇਹਦੀ 14 ਪੜੋ ਕੀ ਲਿਖਿਆ। ਤਦ ਉਹ ਫਿਰ ਉੱਚੀ ਆਵਾਜ਼ ਕੱਢ ਕੇ ਰੋਈਆਂ। ਜਿਸ ਲਈ ਉਹਨੂੰ ਹਟਾਉਂਦੀ ਸੀ ਉਹ ਤੂੰ ਕਹਿੰਦੀ ਕਿ ਉੱਚੀ ਆਵਾਜ਼ ਕੇ ਰੋ ਪਈਆਂ। ਔਰ ਕੀ ਕਹਿੰਦੀਆਂ। ਅਤੇ ਆਰਫਾ ਨੇ ਆਪਣੀ ਸੱਸ ਨੂੰ ਚੁੰਮਿਆ, ਇੱਕ ਕਾਇਲ ਹੋ ਗਈ। ਆਰਫਾ ਨੇ ਆਪਣੀ ਸੱਸ ਨੂੰ ਚੁੰਮਿਆ, ਪਰ ਰੂਥ ਉਸ ਦੇ ਨਾਲ ਲੱਗੀ ਰਹੀ। ਰੂਤ ਉਹਦੇ ਨਾਲ ਰਹੀ, ਇੱਕ ਨਾਲ ਰਹੀ, ਇੱਕ ਚਲੀ ਗਈ। ਔਰ ਫਿਰ ਤਦ ਉਹ ਬੋਲੀ, ਵੇਖ ਤੇਰੀ ਜਿਠਾਣੀ, ਦੇਖ ਤੇਰੀ ਜਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ। ਆਪਣੇ ਟੱਬਰ ਆਪਣੇ ਦੇਵਤਿਆਂ ਵੱਲ ਮੁੜ ਗਈ ਆ। ਤੂੰ ਵੀ ਆਪਣੀ ਜਠਾਣੀ ਦੇ ਮਗਰ ਤੂੰ ਮੁੜ ਵੀ ਜਾ। ਚਲੀ ਜਾ ਉਹਦੇ ਨਾਲ ਹੀ। ਪਰ ਰੂਥ ਬੋਲੀ, ਮੇਰੇ ਅੱਗੇ ਤਰਲੇ ਨਾ ਪਾ, ਮੇਰੇ ਅੱਗੇ ਤਰਲੇ ਨਾ ਪਾ, ਜੋ ਮੈਂ ਤੈਨੂੰ ਇਕੱਲਿਆਂ ਛੱਡਾਂ ਮੈਂ ਤੈਨੂੰ ਇਕੱਲੀ ਛੱਡਾਂ ਅਤੇ ਮਗਰੋਂ ਮੁੜਾਂ। ਮਗਰੋਂ ਮੁੜਾ। ਕਿਉਂ ਜੋ ਜਿੱਥੇ ਤੂੰ ਜਾਵੇਂਗੀ ਕੀ ਕਹਿੰਦੀ ਆਪਣੀ ਸੱਸ, ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ, ਉੱਥੇ ਮੈਂ ਜਾਵਾਂਗੀ। ਅਤੇ ਜਿੱਥੇ ਤੂੰ ਰਹੇਂਗੀ ਜਿੱਥੇ ਸੱਸ ਨੂੰ ਕਹਿੰਦੀ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਉੱਥੇ ਹੀ ਮੈਂ ਰਹੂੰਗੀ। ਔਰ ਤੇਰੇ ਲੋਕ ਸੋ ਮੇਰੇ ਲੋਕ, ਜਿਹੜੇ ਤੇਰੇ ਰਿਸ਼ਤੇਦਾਰ ਉਹ ਮੇਰੇ ਰਿਸ਼ਤੇ। ਜਿੱਦਨ ਇਹ 9 ਦੇ ਅੰਦਰ ਗੱਲ ਆ ਜਾਏਗੀ ਕਿ ਇਹ ਤੇਰੇ ਰਿਸ਼ਤੇਦਾਰ ਨਹੀਂ ਮਾਂ, ਮੈਂ ਵਿਆਹ ਕੇ ਆਈ ਹੈ, ਮੇਰੇ ਰਿਸ਼ਤੇਦਾਰ ਆਏ, ਫਿਰ ਤੇਰੀ ਵੀ ਤੇਰਾ ਰਿਗਾਰਡ ਹੋਏਗਾ ਸੁਨਾਓ ਦਾ। ਉਹ ਸਮਝੇਗੀ, ਇਸ ਗੱਲ ਨੂੰ ਸਮਝੇਗੀ ਕਿ ਮਾਂ ਤੂੰ ਛੱਡ, ਤੂੰ ਬੈਠ ਆਰਾਮ ਕਰ, ਇਹ ਤੇਰੇ ਨਹੀਂ ਮੇਰੇ ਆ। ਮੇਰਾ ਬੜਾ 34 ਸਾਲਾਂ ਦਾ ਐਕਸਪੀਰੀਅੰਸ ਆ, ਮੈਂ ਦੇਖਿਆ ਆਪਣੀ ਲਾਈਫ ਦੇ ਅੰਦਰ ਬਹੁਤ ਲੋਕਾਂ ਨੂੰ ਇਦਾਂ ਹੁੰਦੇ ਕਿ ਉਹ ਕਦੀ ਜਿਹੜੇ ਆਪਣੇ ਆਉਂਦੇ ਹਨ ਉਹਨਾਂ ਦਾ ਪਿਆਰ ਕੁਝ ਔਰ ਹੁੰਦਾ ਆ, ਜਿਹੜੇ ਸੱਸ ਦੇ ਰਿਸ਼ਤੇ ਨਾਲ ਉਹਦੇ ਨਾਲ ਰਿਸ਼ਤਾ ਕੁਝ ਹੋਰ ਹੁੰਦਾ ਹੈ। ਉਹ ਅੰਦਰੋਂ ਚੀਜ਼ ਪਿਆਰ ਫੁੱਟਦਾ ਹੀ ਨਹੀਂ ਆ, ਉਹ ਵਿੱਚ ਗੈਪ ਹੁੰਦਾ ਇੱਕ। ਪਰ ਇਹਦੇ ਅੰਦਰ ਗੈਪ ਨਹੀਂ ਹੈ। ਇਹ ਕਹਿੰਦੀ ਤੇਰੇ ਲੋਕ ਮੇਰੇ ਲੋਕ, ਤੇਰੇ ਰਿਸ਼ਤੇਦਾਰ ਮੇਰੇ ਰਿਸ਼ਤੇਦਾਰ। ਔਰ ਕੀ ਲਿਖਿਆ। ਤੇਰਾ ਪਰਮੇਸ਼ਵਰ ਸੋ ਮੇਰਾ ਪਰਮੇਸ਼ਵਰ ਹੋਵੇ, ਤੇਰਾ ਪਰਮੇਸ਼ਵਰ ਉਹ ਮੇਰਾ ਪਰਮੇਸ਼ਵਰ। ਜਿੱਥੇ ਤੂੰ ਮਰੇਂਗੀ ਸੱਸ ਨੂੰ ਕਹਿੰਦੀ ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ। ਉੱਥੇ ਹੀ ਮੈਂ ਮਰਾਂਗੀ। ਅਤੇ ਲੜਾਈ ਕਿਵੇਂ ਉੱਥੇ ਹੋ ਹੀ- ਜੂਗੀ, ਕਿਵੇਂ ਝਗੜਾ ਹੋ ਜਾਊਗਾ ਉਸ ਪਰਿਵਾਰ ਦੇ ਵਿੱਚ। ਨੌ ਸੱਸ ਚ ਜਿੱਦਾਂ ਦਾ ਰਿਸ਼ਤਾ ਹੋਊਗਾ। ਔਰ ਫਿਰ ਅਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ। ਜਿੱਥੇ ਤੈਨੂੰ ਦਫਨਾਉਣਗੇ ਉੱਥੇ ਹੀ ਤੇਰੀ ਨੌ ਵੀ ਤੇਰੇ ਨਾਲ ਦੱਬੀ ਜਾਏਗੀ। ਔਰ ਫਿਰ ਯਹੋਵਾ ਮੇਰੇ ਨਾਲ ਅਜਿਹਾ ਹੀ ਕਰੇ, ਪਰਮੇਸ਼ਵਰ ਯਹੋਵਾ ਮੇਰੇ ਨਾਲ ਅਜਾਇ ਕਰੇ, ਅਤੇ ਇਸ ਨਾਲੋਂ ਵੀ ਵਧੇਕ ਕਰੇ, ਇਹਦੇ ਨਾਲ ਵੀ ਵਧੀਕ ਕਰੇ। ਜੇ ਕਦੀ ਮੌਤ ਤੋਂ ਛੁੱਟ ਕੋਈ ਹੋਰ ਕਾਰਨ ਮੈਨੂੰ ਤੇਥੋਂ ਵੱਖਰੀ ਕਰੇ। ਇੰਨਾ ਪਿਆਰ, ਮੌਤ ਵੀ ਤੇਰੇ ਪਿਆਰ ਤੋਂ ਮੈਨੂੰ ਜੁਦਾ ਨਹੀਂ ਕਰ ਸਕਦੀ। ਤੇ ਉਹ ਸੱਸ ਜ਼ਰੂਰ ਦੇ ਅੱਖਾਂ ਚੋਂ ਅਥਰੂ ਡਿੱਗੇ ਹੋਣਗੇ ਨਾ। ਗੱਲ ਇਹ ਆ ਕਿ ਦੋਨਾਂ ਦੀ ਸੋਚ ਵਿਚਾਰਾਂ 'ਚ ਕੋਈ ਫਰਕ ਨਹੀਂ ਆ। ਉਹ ਵੀ ਬੇਟੀ ਕਹਿ ਕੇ ਗੱਲ ਕਰਦੀ ਆ, ਤੇ ਜਿਹੋ ਜਿਹਾ ਤੂੰ ਬੀਜਦਾ ਤੇਰਾ ਪਿਆਰ ਵੀ ਉਦਾਂ ਦਾ ਨਿਕਲ ਕੇ ਆਏਗਾ। ਹੁਣ ਤੁਸੀਂ ਦੇਖੀਏ ਕਿੰਨੀ ਵਾਰੀ ਅਸੀਂ ਪੜ੍ਹਦੇ ਆ ਇਹਨੂੰ, ਕਿੰਨੀ ਵਾਰੀ ਸਾਨੂੰ ਪਤਾ ਵੱਲ ਚ ਲਿਖਿਆ, ਪਰ ਮੇਰੇ ਪਰਿਵਾਰ 'ਚ ਰਿਸ਼ਤਾ ਨਿਭਾ ਨਹੀਂ ਹੁੰਦਾ ਮੇਰੇ ਕੋਲ। ਇਹ ਸਿਰਫ ਬਾਈਬਲ ਰੱਖੀ ਹੋਈ ਹੈ, ਤੌਬਾ ਕਰਕੇ ਪਾਣੀ ਦਾ ਬਸਮਾ ਲਿੱਤਾ, ਰਿਸ਼ਤਾ ਨਹੀਂ ਹੈ। ਕਲਾਮ ਦੇ ਤਾਂ ਜੀਵਨ ਨਹੀਂ ਹੈ ਬਹੁਤੇ ਲੋਕਾਂ ਦਾ, ਹੈ ਹੀ ਨਹੀਂ, ਬਿਲਕੁਲ ਨਹੀਂ ਹੈ ਰਿਸ਼ਤਾ। ਜੇ ਇਹੋ ਜਿਹਾ ਜੀਵਨ ਚੱਲੇਗਾ, ਇਦਾਂ ਚੱਲੋਗੇ ਤਾਂ ਫਿਰ ਖੁਦਾ ਉਸ ਘਰ ਨੂੰ ਸਰਫਰਾਜ਼ ਕਰੇਗਾ। ਬਾਈਬਲ ਕਹਿੰਦੀ। ਇਸ ਕਰਕੇ ਮੈਂ ਇਹ ਜਿਹੜੀ ਸ਼ਾਦੀ ਪੜ੍ਹੀ, ਇਹ 'ਚੋਂ ਕੁਛ ਅੱਛਾ ਲੱਗਾ, ਨਜ਼ਰ ਆਇਆ ਕਿ ਇੱਕ ਸੱਸ ਮਾਂ ਹੋਵੇ ਜਿਹਦੀ ਅੱਖਾਂ 'ਚ ਅਥਰੂ ਹੋਣ ਨਾ, ਉਹ ਚਲੀ ਗਈ ਤੇ ਉਹਨੇ ਆਪਣਾ ਪਿਆਰ ਦਿਖਾ ਲਿਆ। ਇੱਦਾਂ ਲੱਗਦਾ ਸੀ ਉਹਦੇ ਅੱਖਾਂ 'ਚ ਅਥਰੂ ਦੇਖਦਾ, ਲੱਗਦਾ ਸੀ ਉਹਦੇ ਕਿ ਇਹ ਬਹੁਤ ਪਿਆਰ ਕਰਦੀ ਸਾਸੂ ਇਹਦੀ। ਇਹਦਾ ਮਤਲਬ ਲੜਕੀ ਅੰਦਰ ਵੀ ਇੰਨੇ ਗੁਣ ਹੋਣਗੇ ਜਿੰਨੇ ਮਾਂ ਦਾ ਦਿਲ ਜਿੱਤਿਆ ਸੱਸ ਆਪਣੀ ਦਾ, ਕਿ ਉਹਦੀ ਅੱਖਾਂ 'ਚ ਆਂਸੂ ਆ ਰਹੇ ਆ। ਆਪ ਬਿਆਨ ਆਈ, ਮਾਂ ਨਹੀਂ ਆਈ, ਕੁੜੀ ਦੀ ਸੱਸ ਆਈ। ਕੁੜੀ ਦੀ ਮਾਂ ਨਹੀਂ ਆਈ, ਸੱਸ ਆਈ। ਇਹ ਗੱਲ ਬਹੁਤ ਇੱਕ ਪ੍ਰਭਾਵਸ਼ਾਲੀ ਗੱਲ ਸੀ, ਇਤਿਹਾਸਿਕ ਗੱਲ ਮੈਂ ਕਹਤਾ ਇਹਨੂੰ। ਕਦੀ ਇਦਾਂ ਨਹੀਂ ਵੇਖਿਆ 34 ਸਾਲਾਂ ਦੇ ਅੰਦਰ। ਮੈਂ ਇਦਾਂ ਲੱਗਦਾ ਕਿ ਰਿਸ਼ਤਾ ਕਦੀ ਟੁੱਟੂਗਾ ਨਹੀਂ ਹੁਣ ਜ਼ਿੰਦਗੀ 'ਚ ਉਸ ਲੜਕੀ ਦਾ। ਉਹਦੇ ਅੰਦਰ ਇੰਨਾ ਪਿਆਰ ਹੋਊਗਾ ਕਿ ਰਿਸ਼ਤਾ ਮਾਂ ਨੇ ਤਾਂ ਨਹੀਂ ਨਿਭਾਇਆ, ਸੱਸ ਨੇ ਨਿਭਾਤਾ। ਤੇ ਜੇ ਇਹੋ ਜਿਹੇ ਰਿਸ਼ਤੇ ਹੋ ਜਾਣ, ਉਹ ਘਰ ਸੁਰਦਾ ਬਣੇ ਰਹਿਣਗੇ, ਉੱਥੇ ਆਸ਼ੀਸ਼ ਹੋਏਗੀ, ਆਸ਼ੀਸ਼ ਰਹੇਗੀ।
ਔਰ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਔਰ ਇੱਥੋਂ ਮੈਂ ਤੁਹਾਨੂੰ ਟੱਚ ਕਰਾਉਣੀਆਂ ਜਿਹੜੀਆਂ ਤੁਹਾਡੇ ਹਾਰਟ ਨੂੰ ਛੂਹਣਗੀਆਂ ਬਾਈਬਲ ਦੇ ਮੁਤਾਬਕ। ਜਿਸ ਵੇਲੇ ਤੁਸੀਂ ਬਾਈਬਲ ਨੂੰ ਪੜ੍ਹਦੇ ਹੋ, ਮਰਕਸ ਦੀ ਅੰਜੀਲ 'ਚ ਇੱਕ ਬੜੀ ਅੱਛੀ ਲਾਈਨ ਲਿਖੀ ਆ, ਇਹਦੇ ਵਿੱਚ ਬਹੁਤ ਇੱਕ ਗਹਿਰੀ ਗੱਲ ਲਿਖੀ ਹੈ। ਔਰ ਮੱਤੀ ਰਤੀ ਸੁਸਮਾਚਾਰ ਦੇ ਵਿੱਚ ਇੱਕ ਬਹੁਤ ਅੱਛੀ ਗੱਲ ਲਿਖੀ ਹੈ, ਬਹੁਤ ਅੱਛੀਆਂ ਦੋ ਲਾਈਨਾਂ ਮੈਂ ਤੁਹਾਨੂੰ ਟੱਚ ਕਰਾਉਣਾ ਚਾਹੁੰਦਾ ਹਾਂ। ਕਹਿੰਦੀ ਮੱਤੀ ਰਤੀ ਸੁਸਮਾਚਾਰ 19 ਅਧਿਆਏ ਉਹਦੀ 3 ਹੈ। ਇੱਥੇ ਬਹੁਤ ਇੱਕ ਗਹਿਰੀ ਗੱਲ ਲਿਖੀ ਸੀ। ਕੀ ਲਿਖਿਆ ਹੈ? ਫਰੀਸੀ ਉਹਦੇ ਪਰਤਾਉਣ ਲਈ ਉਸਦੇ ਕੋਲ ਆਣ ਕੇ ਬੋਲੇ, ਹਾਂ, ਕਿ ਮਨੁੱਖ ਨੂੰ ਇਹ ਯੋਗ ਹੈ ਜੋ ਕਿਸੇ ਗੱਲੇ ਆਪਣੀ ਤੀਵੀਂ ਨੂੰ ਤਿਆਗ ਦੇਵੇ। ਕੀ ਇਹ ਪਰਤਾਉਣ ਲਿਖਿਆ ਕਿ ਚੰਗੀ ਗੱਲ ਹੈ ਕੋਈ ਆਦਮੀ ਆਪਣੀ ਵਾਈਫ ਨੂੰ ਤਿਆਗ ਦੇਵੇ? ਔਰ ਉਸਨੇ ਉੱਤਰ ਦਿੱਤਾ, ਉਸਨੇ ਉੱਤਰ ਦਿੱਤਾ ਕੀ ਤੁਸਾਂ ਇਹ ਨਹੀਂ ਪੜਿਆ ਕਿ ਤੁਸੀਂ ਇਹ ਗੱਲ ਨਹੀਂ ਪੜ੍ਹੀ ਕਿ ਜਿਸ ਨੇ ਉਹਨਾਂ ਨੂੰ ਬਣਾਇਆ, ਜਿਸ ਨੇ ਉਹਨਾਂ ਨੂੰ ਬਣਾਇਆ ਉਸਨੇ ਮੁੱਢੋਂ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ, ਔਰ ਅਤੇ ਕਿਹਾ ਜੋ ਇਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਹਾਂ, ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਔਰ ਸੋ ਹੁਣ ਉਹ ਦੋ ਨਹੀਂ ਬਲਕਿ ਇੱਕੋ ਸਰੀਰ ਹਨ। ਇਹ ਜਿਹੜੀ ਗੱਲ ਆ, ਇਹ ਗੱਲ ਬਹੁਤ ਹੀ ਅਲੱਗ ਆ, ਕਿਉਂਕਿ ਇਹ ਗੱਲ ਜਿਹੜੇ ਸ਼ਾਦੀ ਲੋਕਾਂ ਨੇ ਇੱਕ ਰੀਤੀ ਰਿਵਾਜ ਬਣਾ ਲਿਆ ਹੋਇਆ ਮੈਰਿਜ, ਇਹ ਰੀਤੀ ਰਿਵਾਜ ਨਹੀਂ ਆ। ਇਹਨੂੰ ਖਿਆਲ ਨਾਲ ਸੁਣਨਾ, ਜਿਹੜੇ ਅਸੀਂ ਸ਼ਾਦੀ ਨੂੰ ਰੀਤੀ ਰਿਵਾਜ ਸਮਝਦੇ ਸੀ, ਮੈਰਿਜ ਨੂੰ ਰੀਤੀ ਰਿਵਾਜ ਬਣਾ ਲਿਆ ਕਿ ਸ਼ਾਦੀ ਆ ਜੀ, ਬੱਚਾ ਜਵਾਨ ਹੋ ਗਿਆ। ਇਹ ਜ਼ਿੰਦਗੀ ਆ, ਜ਼ਿੰਦਗੀ ਔਰ ਬਹੁਤਾਇਤ ਦਾ ਜੀਵਨ ਜਿਹੜਾ ਜਦ ਤੱਕ ਜੀਣਾ ਉਹਦੇ ਵਾਸਤੇ ਲਿਖਿਆ ਗਿਆ ਹੈ। ਦੇਖੀ ਕੀ ਲਿਖਿਆ ਗਿਆ, ਪੜ੍ਹੀਏ। ਸੋ ਹੁਣ ਉਹ ਦੋ ਨਹੀਂ ਬਲਕਿ ਇੱਕੋ ਸਰੀਰ ਉਹ ਹਨ। ਦੋ ਨਹੀਂ ਬਲਕਿ ਕੀ ਆ, ਇੱਕ ਸ਼ਰੀਰ ਆ। ਔਰ ਸੋ ਜੋ ਕੁਝ ਪਰਮੇਸ਼ਰ ਨੇ ਜੋੜ ਦਿੱਤਾ ਹੈ ਉਹਨੂੰ ਮਨੁੱਖ ਅੱਡ ਨਾ ਕਰੇ। ਅੱਡ ਨਾ ਕਰਨ। ਔਰ ਉਹਨਾਂ ਨੇ ਉਸ ਨੂੰ ਆਖਿਆ, ਫਿਰ ਮੂਸਾ ਨੇ ਕਿਉਂ ਤਿਆਗ ਪੱਤਰੀ ਦੇਣ ਲਈ ਅਤੇ ਉਹਨਾਂ ਨੂੰ ਤਿਆਗਣ ਦੀ ਆਗਿਆ ਦਿੱਤੀ? ਹਾਂ, ਉਸ ਨੇ ਉਹਨਾਂ ਨੂੰ ਕਿਹਾ, ਹਾਂ। ਮੂਸਾ ਨੇ ਤੁਹਾਡੀ ਸਖਤ ਦਿਲੀ ਕਰਕੇ ਤੁਹਾਨੂੰ ਆਪਣੀਆਂ ਤੀਵੀਆਂ ਤਿਆਗਣ ਦੀ ਪ੍ਰਵਾਨਗੀ ਦਿੱਤੀ। ਇਹਦਾ ਮਤਲਬ ਤੁਸੀਂ ਇਸ ਚੀਜ਼ ਨੂੰ ਚਾਹੁੰਦੇ ਫਿਰ ਰੱਖ ਕੇ ਕਿਹਾ ਜਾ ਕੇ ਕਰੋ, ਜੋ ਤੁਹਾਡਾ ਦਿਲ ਕਰਦਾ ਕਰ ਲਓ। ਮੂਸਾ ਨੇ ਸਖਤ ਦਿਲੀ ਦੇ ਕਰਕੇ ਤੁਹਾਨੂੰ ਕਿਹਾ, ਸਖਤ ਤੁਹਾਡੀ ਦਿਲੀ ਕਰਕੇ ਪ੍ਰਵਾਨਗੀ ਦਿੱਤੀ, ਪਰ ਬੁੱਢੋ ਇਹੋ ਜਿਹਾ ਨਹੀਂ ਸੀ। ਔਰ ਫਿਰ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਆਪਣੀ ਤੀਵੀਂ ਨੂੰ ਬਿਨਾਂ ਹਰਾਮਕਾਰੀ ਦੇ ਹਾਂ। ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ। ਇਹਨੂੰ ਹੁਣ ਸੁਣੀਏ, ਇਹ ਗੱਲ ਯਿਸੂ ਮਸੀਹ ਨੇ ਇਹ ਗੱਲ ਕਹੀ ਆ। ਤਿਆਗ ਪੱਤਰੀ ਤੋਂ ਪਰਮੇਸ਼ਰ ਨੂੰ ਸਖਤ ਨਫ਼ਰਤ ਤਿਆਗਣਾ ਬਾਈਬਲ ਕਹਿੰਦੀ ਹੈ। ਔਰ ਕੀ ਲਿਖਿਆ? ਚੇਲਿਆਂ ਨੇ ਉਹਨੂੰ ਕਿਹਾ, ਹਾਂ, ਜੇ ਤੀਵੀਂ ਨਾਲ ਮਨੁੱਖ ਦਾ ਇਹ ਹਾਲ ਹੈ ਤਾਂ ਵਿਆਹ ਕਰਨਾ ਹੀ ਅੱਛਾ ਨਹੀਂ। ਔਰ ਪਰ ਉਸਨੇ ਉਹਨਾਂ ਨੂੰ ਆਖਿਆ, ਇਸ ਗੱਲ ਨੂੰ ਸਭ ਲੋਕ ਕਬੂਲ ਨਹੀਂ ਕਰਦੇ। ਇਸ ਗੱਲ ਨੂੰ ਸਭ ਲੋਕ ਕਬੂਲ ਨਹੀਂ ਕਰਦੇ। ਔਰ ਪਰ ਉਹ ਜਿਨ੍ਹਾਂ ਨੂੰ ਬਖਸ਼ਿਆ ਗਿਆ ਹੈ। ਬਸ ਇਹ ਜਿਹੜੀ ਗੱਲ ਆ, ਇਹਦਾ ਦੂਸਰਾ ਇੱਕ ਔਰ ਆਇਤ ਆ, ਉਹਨੂੰ ਮੈਂ ਤੁਹਾਨੂੰ ਪੜ੍ਹਾਉਣਾ ਚਾਹੁੰਦਾ। ਮੱਤੀ 5 ਅਧਿਆਇ ਸ਼ਬਦ ਦੀ 32 ਅਧ ਕੀ ਲਿਖਿਆ, ਦੇਖੀ ਕੀ ਲਿਖਿਆ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜਾ ਆਪਣੀ ਤੀਵੀਂ ਨੂੰ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਸਬੱਬ ਨਾਲ ਤਿਆਗੇ, ਉਹ ਉਸ ਕੋਲੋਂ ਜਨਾਹ ਕਰਾਉਂਦਾ ਹੈ। ਇਹ ਸੁਣੀਏ, ਕੋਈ ਆਪਣੀ ਵਾਈਫ ਨੂੰ ਯਿਸੂ ਮਸੀਹ ਨੇ ਕਿਹਾ ਜਦ ਤੱਕ ਉਹ ਗਲਤ ਜੇ ਤੁਹਾਨੂੰ ਲੱਗਦਾ ਗਲਤ ਹੋ ਗਈ ਆ, ਪ੍ਰੂਫ ਹੋ ਗਿਆ ਹੈ, ਉਹਨੂੰ ਤਿਆਗ ਸਕਦਾ, ਪਾਪ ਨਹੀਂ ਹੈ। ਉਹਨੂੰ ਤਿਆਗ ਪੱਤਰੀ ਦੇ, ਤੂੰ ਵਿਆਹ ਕਰ ਲਾ, ਕੋਈ ਗੁਨਾਹ ਨਹੀਂ। ਇਸ ਤੋਂ ਬਿਨਾਂ ਤੈਨੂੰ ਤਿਆਗਦਾ ਤੇ ਤੂੰ ਉਹਦੇ ਕੋਲ ਜਨਾਹ ਕਰਾਨਾ, ਤੇਰੇ ਉਹਦੀ ਜਿਹੜੀ ਉਹਦਾ ਜਨਾਹ ਹੈ ਉਹ ਤੇਰੇ ਉੱਤੇ ਹੋਵੇਗਾ। ਤੂੰ ਪਾਪ ਕਰਾਇਆ ਉਹਦੇ ਕੋਲ, ਤੇਰੀ ਵਜ੍ਹਾ ਨਾਲ ਉਹ ਪਾਪ ਕਰ ਰਹੀ ਹੈ, ਇਹਦੀ ਸਜ਼ਾ ਤੇਰੇ ਉੱਤੇ ਹੋਵੇਗੀ ਔਰ ਤੂੰ ਨਰਕ ਦੇ ਦੰਡ ਦੇ ਯੋਗ ਹੋਵੇਂਗਾ। ਬਾਈਬਲ ਇਹ ਕਹਿੰਦੀ ਹੈ। ਔਰ ਕੀ ਲਿਖਿਆ? ਅਤੇ ਜੋ ਕੋਈ ਉਸ ਤਿਆਗੀ ਹੋਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ। ਇੱਕ ਹੋਰ ਪਾਪ ਕਰਾਤਾ। ਬਿਨਾ ਹਰਾਮਕਾਰੀ ਤੋਂ ਕੋਈ ਆਦਮੀ, ਨਾ ਹਸਬੈਂਡ ਨਾ ਦੀ ਵਾਈਫ,
ਉਹਨੂੰ ਤਿਆਗੇਗੀ, ਇਹ ਪਰਮੇਸ਼ਰ ਦੀ ਦ੍ਰਿਸ਼ਟੀ 'ਚ ਇੱਕ ਘਿਨਾਉਣੀ ਗੱਲ ਹੋਵੇਗੀ। ਇਹ ਗੱਲ ਤੇਰੇ ਪਰਮੇਸ਼ਰ ਨੂੰ ਪਸੰਦ ਨਹੀਂ, ਉਹ ਪਾਪ ਕਰਾ ਰਿਹਾ। ਬਾਈਬਲ ਕੀ ਕਹਿੰਦੀ ਹੈ? ਇੱਕ ਲਾਈਨ ਇਹਦੀ ਤੁਸੀਂ ਲੁਕਾ 16 ਚੈਪਟਰ ਉਹਦੀ 18 ਪੜੋ। ਹਰੇਕ ਜੋ ਆਪਣੀ ਤੀਵੀਂ ਨੂੰ ਤਿਆਗ ਕੇ ਦੂਈ ਨੂੰ ਵਿਆਹੇ ਸੋ ਜਨਾਹ ਕਰਦਾ ਹੈ, ਔਰ ਅਤੇ ਜਿਹੜਾ ਖਸਮ ਦੀ ਤਿਆਗੀ ਹੋਈ ਤੀਵੀਂ ਨੂੰ ਵਿਆਹੇ ਉਹ ਜਨਾਹ ਕਰਦਾ ਹੈ। ਇਹ ਵਿਸ਼ਵਾਸੀਆਂ ਦੀ ਗੱਲ ਆ। ਅੰਨਾ ਜਾਤੀ ਤੁਹਾਨੂੰ ਪਤਾ ਹੀ ਨਹੀਂ ਇਦਾਂ ਲਿਖਿਆ ਹੈ। ਅੰਨੇ ਜਾਤੀ ਨੂੰ ਨਹੀਂ ਪਤਾ ਇਸ ਗੱਲ ਦਾ ਕੀ ਲਿਖਿਆ ਹੈ। Gentiles don't know what is written, ਇਹ ਵਿਸ਼ਵਾਸੀ ਨੂੰ ਪਤਾ ਹੈ। but the believer ਤੇ knows. ਵਿਸ਼ਵਾਸੀ ਨੂੰ ਕੀ ਕਰਨਾ ਚਾਹੀਦਾ? And what should a believer do? ਜੇ ਉਹਨੂੰ ਪਤਾ ਲੱਗ ਗਿਆ, If he comes to know, ਉਹਨੂੰ ਪ੍ਰਾਸ਼ਚਿਤ ਕਰਨਾ ਚਾਹੀਦਾ। he should repent. ਪ੍ਰਭੂ ਪਹਿਲਾਂ ਮੈਨੂੰ ਪਤਾ ਨਹੀਂ ਸੀ, Lord, earlier I didn't know ਮੈਨੂੰ this, ਹੁਣ ਮੈਂ ਤੇਰੇ ਵਿੱਚ ਆ ਗਿਆ, but now I am in you. ਮੈਨੂੰ ਹੁਣ ਪਤਾ ਲੱਗ ਗਿਆ, Now I am aware of, ਇਹਦੇ ਲਈ ਮੈਂ ਪ੍ਰਾਸ਼ਚਿਤ ਕਰਨਾ। and I repent ਇਹ for ਗਲਤੀ it. ਹੋਈ ਹੈ It's my mistake. ਕਿਉਂਕਿ ਮੈਂ ਤੇਰੇ ਤੋਂ ਬਹੁਤ ਦੂਰ ਸੀ। I was quite away from ਇਹ you. ਗਲਤੀ ਉਸ ਲਈ ਹੋਈ ਹੈ, That time I made this ਇਹਦੇ ਲਈ mistake, ਮੈਂ ਪ੍ਰਾਸ਼ਚਿਤ ਕਰਨਾ। but I repent now. ਜਿਹੜਾ ਜਾਣਦਾ ਹੈ, The one who is aware ਜੋ of, ਫੇਰ ਇਹ ਕੰਮ ਕਰਦਾ, again if he ਇਹ repeats, ਜਾਣਬੁੱਝ ਕੇ ਕਰ ਰਿਹਾ ਹੈ, then he is doing ਇਹਨੂੰ ਕੋਈ intentionally. ਸ਼ਮਾ ਨਹੀਂ। Now there is no forgiveness. ਜੇ ਉਹ ਪ੍ਰਾਸ਼ਚਿਤ ਕਰੇ ਵੀ, Even if he repents, ਉਹਨੂੰ ਮਾਫੀ ਨਹੀਂ ਹੈ, there is no forgiveness. ਉਹਨੂੰ ਸਜ਼ਾ ਹੈ ਖੁਦਾ ਦੇ ਵਿੱਚ। There is a punishment for him in ਬਾਈਬਲ the, ਕਹਿੰਦੀ this is what Bible ਇਹ ਗੱਲ says. ਇਸ ਲਈ ਲਿਖਣੀ ਪਈ, That's how why it was, ਇਸ ਲਈ ਗੱਲ ਲਿਖਣੀ ਪਈ। that's why it was needed to write. ਪਰਮੇਸ਼ਰ ਕਹਿੰਦਾ ਜਿਹਨੂੰ ਮੈਂ ਜੋੜਿਆ And Lord says to ਉਹਨੂੰ whom, ਕੋਈ ਅਲੱਗ ਨਾ ਕਰੇ। let no one ਇਹ separate. ਗੱਲ ਉਤਪਤੀ ਤੋਂ ਸ਼ੁਰੂ ਆ। It started from the book of Genesis. ਬਾਈਬਲ ਕੀ ਕਹਿੰਦੀ? What does Bible say? ਜਿਹੜੀਆਂ ਗੱਲਾਂ ਲਿਖੀਆਂ ਨਾ, The things that are ਜਿਹੜੇ written, ਤੁਸੀਂ ਪਹਿਲਾ ਕਰੰਥੀਆਂ when you read the book of 1 Corinthians, 7 ਅਧਿਆਇ 39 ਪੜ੍ਹਦੇ ਹੋ, 1 Corinthians chapter 7 verse 49, ਇਹਨੂੰ ਦੇਖੀ ਕੀ ਲਿਖਿਆ। 39. ਇੱਥੇ ਬਹੁਤ ਅੱਛੀ ਗੱਲ ਲਿਖੀ ਹੈ। There's a beautiful thing written. ਜਿੰਨਾ ਚਿਰ ਉਸ ਦਾ ਪਤੀ ਜਿਉਂਦਾ ਰਹੇ ਉਹਨਾਂ ਚਿਰ ਬੰਧਨ ਵਿੱਚ ਹੈ। ਸੁਣੀਏ, ਇਹ ਸ਼ਾਦੀ ਦੇ ਬਾਰੇ ਲਿਖਿਆ। ਜਿਹੜੇ ਤੁਸੀਂ ਕਰੰਥੀਆਂ 7 ਅਧਿਆਇ ਪੜ੍ਹਦੇ, ਮੈਰਿਜ ਵਾਸਤੇ ਬਹੁਤ ਅੱਛੀ ਗੱਲ ਲਿਖੀ। ਮੈਰਿਜ ਵਾਸਤੇ ਇਹ ਗੱਲ ਪੌਲਸ ਨੇ ਕਰੰਥੀਆਂ ਦੀ ਕਲੀਸਿਆ ਨੂੰ ਸਿਖਾਈ। ਇਹ ਬਹੁਤ ਅੱਛੀ ਗੱਲ ਹੈ। ਇਹ ਸ਼ਾਦੀ ਦਾ ਪੂਰਾ ਮੈਸੇਜ ਆ। ਜ਼ਿਲ੍ਹੇ ਨੂੰ ਪੜੋਗੇ 7 ਚੈਪਟਰ, ਤੁਹਾਨੂੰ ਪਤਾ ਲੱਗੇਗਾ ਵਿਆਹ ਦੇ ਬਾਰੇ। ਵਿਆਹ ਦੇ ਬਾਰੇ ਕੀ ਲਿਖਿਆ ਇੱਥੇ? ਜਿੰਨਾ ਚਿਰ ਉਹਦਾ ਪਤੀ ਜਿਉਂਦਾ, ਪੜੋ ਕੀ ਲਿਖਿਆ? ਜਿੰਨਾ ਚਿਰ ਉਸ ਦਾ ਪਤੀ ਜਿਉਂਦਾ ਰਹੇ ਹਾਂ, ਉਹਨਾਂ ਚਿਰ ਬੰਧਨ ਵਿੱਚ ਹੈ, ਔਰ ਪਰ ਜੇ ਉਹਦਾ ਪਤੀ ਮਰ ਜਾਵੇ ਤਾਂ ਉਹ ਨਿਰਬੰਧ ਹੈ, ਔਰ ਜਿਹਦੇ ਨਾਲ ਚਾਹੇ ਵਿਆਹੀ ਜਾਵੇ ਪਰ ਕੇਵਲ ਪ੍ਰਭੂ ਵਿੱਚ। ਹਾਂ, ਇਹ ਖਾਸ ਗੱਲ ਲਿਖੀ ਕਲੀਸਿਆ ਨੂੰ ਕਿ ਸ਼ਾਦੀ ਕਰ ਸਕਦੀ ਆ ਪਰ ਪ੍ਰਭੂ ਦੇ ਵਿੱਚ। ਜੇ ਉਹਦਾ ਬੰਦਾ ਜਿਉਂਦਾ ਆ ਫਿਰ ਨਹੀਂ ਕਰ ਸਕਦੀ। ਜਿਹਦਾ ਹਸਬੈਂਡ ਜਿਉਂਦਾ ਤੇ ਫਿਰ ਜੇ ਕਰਦੀ ਆ ਤੇ ਬਾਈਬਲ ਕਹਿੰਦੀ ਉਹ ਜਨਾਹਕਾਰੀ ਕਰਦੀ ਆ, ਪਾਪ ਕਰਦੀ ਪਈ ਹੈ। ਤੇ ਜਨਾਹ ਕਰਦਾ ਸਵਰਗ ਵਿੱਚ ਕੋਈ ਹਿੱਸਾ ਨਹੀਂ ਹੈ, ਉਹਨੇ ਨਹੀਂ ਜਾਣਾ। ਜੇ ਉਹ ਸ਼ਾਦੀ ਕਰ ਲੇ ਤੇ ਕੋਈ ਪਾਪ ਨਹੀਂ ਹੈ, ਬਾਈਬਲ ਕਹਿੰਦੀ ਹੈ। ਇਹਨੂੰ ਹੁਣ ਇਹ ਲਾਈਨ ਨੂੰ ਬਹੁਤ ਧਿਆਨ ਨਾਲ ਸੁਣਨਾ। ਪੜ੍ਹੀਏ ਫਿਰ ਦੁਬਾਰਾ ਸਾਹਿਤ ਨੂੰ। ਜਿੰਨਾ ਚਿਰ ਉਹਦਾ ਪਤੀ ਜਿਉਂਦਾ ਰਹੇ ਜਿੰਨਾ ਚਿਰ ਉਹਦਾ ਪਤੀ ਜਿਉਂਦਾ ਉਹਨਾਂ ਚਿਰ ਬੰਧਨ ਵਿੱਚ ਹੈ, ਉਹਨਾਂ ਚਿਰ ਉਹ ਬੰਧਨ ਵਿੱਚ ਆ। ਪਰ ਜੇ ਉਹਦਾ ਪਤੀ ਮਰ ਜਾਵੇ ਜਦੋਂ ਪਤੀ ਮਰ ਜਾਏ ਤਾਂ ਨਿਰਬੰਧ ਹੈ, ਉਹ ਨਿਰਬੰਧ ਆ। ਜਿਹਦੇ ਨਾਲ ਚਾਹੇ ਜਿੰਨਾ ਚਾਹੇ ਵਿਆਹੀ ਜਾਏ ਵਿਆਹ ਕਰ ਲੈ, ਪਰ ਕੇਵਲ ਪ੍ਰਭੂ ਵਿੱਚ। ਕੇਵਲ ਪ੍ਰਭੂ ਦੇ ਵਿੱਚ। ਔਰ ਪਰ ਜੇਕਰ ਉਹ ਐਵੇਂ ਹੀ ਰਹੇ ਜੇ ਕੋਈ ਐਵੇਂ ਰਵੇ, ਤਾਂ ਮੇਰੀ ਜਾਂਚ ਵਿੱਚ ਇਦੋਂ ਵੀ ਭਾਗਵਾਨ ਹੈ, ਹਾਂ ਅਤੇ ਮੈਂ ਸਮਝਦਾ ਹਾਂ ਜੋ ਪਰਮੇਸ਼ਵਰ ਦਾ ਆਤਮਾ ਮੇਰੇ ਵਿੱਚ ਵੀ ਹੈ। ਹਾਂ, ਉਹ ਭਾਗਵਾਨ ਆ। ਜੇ ਇੱਦਾਂ ਰਵੇ ਤੇ ਮੈਂ ਸਮਝਦਾ ਕਿ ਮੇਰੇ ਅੰਦਰ ਹੋਲੀ ਸਪਿਰਿਟ ਆ। ਮੇਰੇ ਅੰਦਰ, ਮੇਰੇ ਭੈਣ ਭਰਾਓ, ਬਾਈਬਲ 'ਚ ਤਾਂ ਬਹੁਤ ਸ਼ਾਦੀ ਬਾਰੇ ਜ਼ਿਕਰ ਆ, ਲੇਕਿਨ ਸਿਰਫ ਇੱਕੋ ਹੀ ਗੱਲ ਹੀ ਵਿਆਹ ਦੇ ਉੱਤੇ ਸੇਵਕ ਲੋਕ ਕਰੀ ਪੜ੍ਹਾਉਂਦੇ ਆ। ਸਾਰੇ ਨਹੀਂ, ਕਈ ਅੱਛੇ ਵੀ ਆ। ਹੇ ਪਤਨੀਓ, ਆਪਣੇ ਪਤੀਆਂ ਦੇ ਕੀ ਰਹੋ? ਅਧੀਨ ਰਹੋ। ਇਸ ਤੋਂ ਬਾਅਦ ਕੀ ਕੁਛ ਨਹੀਂ। ਜਿਵੇਂ ਪ੍ਰਭੂ ਦੇ ਇਦਾਂ ਕਰਕੇ ਇਫਸੀਆ 5:22 ਦੇ ਉੱਤੇ ਮੈਸੇਜ ਪ੍ਰਚਾਰ ਕਰਦੇ। ਜਾਂ ਇਹਨਾਂ ਦੇ ਮੈਸੇਜ ਆ ਕਿ ਕਾਨਾਗਲ 'ਚ ਇੱਕ ਸ਼ਾਦੀ ਹੋਈ, ਉੱਥੇ ਮੈਂ ਘੁੱਟ ਗਈ ਤੇ ਯਿਸੂ ਮਸੀਹ ਨੇ ਪੂਰੀ ਕੀਤੀ। ਇਹ ਜਿਹੜੀ ਗੱਲ ਆ ਵਿਆਹ ਸ਼ਾਦੀ ਦੀ ਹੈ, ਇਹਨੂੰ ਬਹੁਤ ਘੱਟ ਪ੍ਰੀਚ ਕੀਤਾ ਜਾਂਦਾ ਸ਼ਾਦੀ ਦੇ ਉੱਤੇ। ਪ੍ਰਚਾਰ ਤਾਂ ਬਹੁਤ ਆ, ਪਰ ਪ੍ਰਚਾਰ ਉਹ ਜਿਹੜਾ ਇਨਸਾਨ ਨੂੰ ਸਿੱਧਤਾਈ ਤੇ ਕਾਮਲਤਾਈ ਵੱਲ ਲੈ ਕੇ ਜਾਵੇ, ਗਿਆਨ ਸਿੱਖੇ। ਬਾਈਬਲ ਦੀ ਗੱਲ,
ਇਹ ਗੱਲਾਂ ਬਾਈਬਲ ਦੀਆਂ ਹੀ ਆ। ਜੇ ਬਾਈਬਲ ਪੜਾਂਗੇ ਤਾਂ ਸਾਨੂੰ ਪਤਾ ਲੱਗੇਗਾ ਕੀ ਠੀਕ ਆ ਤੇ ਕੀ ਗਲਤ ਆ। ਮਸੀਹ ਵਿੱਚ ਮੇਰੇ ਭੈਣ ਭਰਾਓ, ਜਿਹੜੇ ਤੁਸੀਂ ਮਲਾਕੀ ਦੇ ਪੁਸਤਕ ਪੜ੍ਹਦੇ, ਮਲਾਕੀ ਉੱਥੇ ਬਹੁਤ ਛਿਕ ਲਿਖ ਗੱਲ ਲਿਖੀ, ਮਲਾਕੀ 2 ਚੈਪਟਰ ਮਲਾਕੀ ਉਹਦੀ 12 ਹੈ। ਯਹੋਵਾ ਹਰੇਕ ਨੂੰ ਜਿਹੜਾ ਇਹ ਕੰਮ ਕਰਦਾ ਹੈ ਜਾਗਦੇ ਨੂੰ ਅਤੇ ਉੱਤਰ ਦੇਣ ਵਾਲੇ ਨੂੰ ਯਾਕੂਬ ਦੇ ਤੰਬੂਆਂ ਤੋਂ ਕੱਟ ਦੇਵੇ। ਪਰਮੇਸ਼ਰ ਜਿਹੜਾ ਇਹ ਕੰਮ ਕਰਦਾ ਉਹਨੂੰ ਚੰਗਾ ਨਹੀਂ ਸਮਝਦਾ, ਖੁਦਾ ਉਹਨੂੰ ਆਪਣੀ ਉਪੱਤੀ ਚੋਂ ਆਉਣਾ ਨੂੰ ਪਸੰਦ ਨਹੀਂ ਹੈ, ਉਹਨੂੰ ਕੱਟੇਗਾ। ਔਰ ਫੇਰ ਕੀ ਕਰੀ 13 ਪੜੀਏ ਦੀ, ਫਿਰ ਤੁਸੀਂ ਇਹ ਵੀ ਕਰਦੇ ਹੋ ਕਿ ਤੁਸੀਂ ਯਹੋਵਾ ਦੀ ਜਗਵੇਦੀ ਨੂੰ ਅੰਜੂਆਂ ਨਾਲ ਅਤੇ ਹੂੰਗਿਆਂ ਨਾਲ ਢੱਕ ਦਿੱਤਾ, ਕਿਉਂ ਜੋ ਉਹ ਫਿਰ ਤੁਹਾਡੀ ਭੇਟ ਨੂੰ ਨਹੀਂ ਵੇਖਦਾ ਅਤੇ ਨਾ ਤੁਹਾਥੋਂ ਖੁਸ਼ ਹੋ ਕੇ ਕੁਝ ਲੈਂਦਾ ਹੈ। ਜਿਹੜੇ ਇਹੋ ਜਿਹੇ ਲੋਕ ਗਲਤ ਕੰਮ ਕਰਦੇ ਹਨ, ਪਰਮੇਸ਼ਰ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ। ਚਾਹੇ ਆਂਸੂ ਬਹਾਓ, ਜੋ ਮਰਜ਼ੀ ਕਰੋ, ਖੁਦਾ ਨੂੰ ਇਹ ਗੱਲ ਪਸੰਦ ਨਹੀਂ ਹੈ। ਇਹਦੀ ਕੌਰਨ ਪੜਾਂਗੇ 16 ਪੜਾਂਗੇ ਲਿਖਿਆ ਹੈ। ਕਿਉਂ ਜੋ ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਆਖਦਾ ਹੈ। 14 ਪੜੋ ਕਿ ਲਿਖਿਆ 14। ਤੁਸੀਂ ਆਖਦੇ ਹੋ ਕੀ ਸਬਬ ਹੈ? ਸਬਬ ਇਹ ਹੈ ਕਿ ਯਹੋਵਾ ਤੇਰੇ ਵਿੱਚ ਅਤੇ ਤੇਰੀ ਜਵਾਨੀ ਦੀ ਤੀਵੀਂ ਵਿੱਚ ਗਵਾਹ ਹੈ। ਜਿਲੇ ਮੀਟਿੰਗ ਹੁੰਦੀ ਆ, ਮੈਰਿਜ ਹੁੰਦੀ, ਉਸ 'ਚ ਪਰਮੇਸ਼ਰ ਗਵਾਹ ਹੁੰਦਾ। ਉਹਦੇ ਵਿੱਚ ਬਾਈਬਲ ਕਹਿੰਦੀ ਹੈ ਤੇਰਾ ਖੁਦਾ ਜਿਲੇ ਮੈਰਿਜ ਹੁੰਦੀ ਉਹ 'ਚ ਗਵਾਹ ਹੁੰਦਾ। ਔਰ ਕੀ ਹੁੰਦਾ? ਕਿਉਂ ਜੋ ਤੈਂ ਉਸ ਦੇ ਨਾਲ ਬੇਪਰਤੀਤੀ ਕੀਤੀ, ਤੈਂ ਉਹਦੇ ਨਾਲ ਬੇਪਰਤੀਤੀ ਕੀਤੀ, ਭਾਵੇਂ ਉਹ ਤੇਰੀ ਸਾਥਣ ਅਤੇ ਤੇਰੇ ਨੇਮ ਦੀ ਤੀਵੀਂ ਹੈ। ਔਰ ਕੀ ਉਸਨੇ ਇੱਕ ਨੂੰ ਹੀ ਨਹੀਂ ਰਚਿਆ? ਹਾਂ, ਕੀ ਉਸ ਲਈ ਰੂਹ ਬਾਕੀ ਨਹੀਂ? ਔਰ ਫਿਰ ਇੱਕ ਨੂੰ ਹੀ ਕਿਉਂ? ਇੱਕ ਨੂੰ ਕਿਉਂ? ਉਹ ਪਰਮੇਸ਼ਰ ਦੀ ਨਸਲ ਚਾਹੁੰਦਾ ਸੀ। ਔਰ ਸੋ ਤੁਸੀਂ ਆਪਣੇ ਆਤਮਿਆਂ ਵਿੱਚ ਖਬਰਦਾਰ ਰਹੋ ਹਾਂ, ਅਤੇ ਤੂੰ ਆਪਣੀ ਜਵਾਨੀ ਦੀ ਤੀਵੀਂ ਦੀ ਬੇਪਰਤੀਤੀ ਨਾ ਕਰ। ਤੂੰ ਆਪਣੀ ਜਵਾਨੀ ਦੀ ਤੀਵੀਂ ਦੀ ਬੇਪਰਤੀਤੀ ਨਾ ਕਰ, ਉਹਦੀ ਇੱਜ਼ਤ ਕਰ। ਬਾਈਬਲ ਕਹਿੰਦੀ ਮੈਂ ਇਹ ਵੀ ਨਹੀਂ ਕਰਨਾ ਕਿ ਸਾਡੇ ਪ੍ਰੋਜੈਕਟ ਕਰੀ ਲੜਾਈ ਨਹੀਂ, ਝਗੜਾ ਨਹੀਂ ਹੁੰਦਾ, ਹੋ ਜਾਂਦਾ ਹੈ। ਪਰ ਦਾ ਮਤਲਬ ਇਹ ਨਹੀਂ ਕਿ ਉਹਨੂੰ ਹੁਣ ਬਿਲਕੁਲ ਹੀ ਖੁੱਲ੍ਹੇ ਨਾਲ ਰੱਖਣਾ। ਹੋ ਗਿਆ ਕੋਈ ਨੋ ਪ੍ਰੋਬਲਮ, ਕਈ ਗੁੱਸੇ 'ਚ ਕੋਈ ਚੀਜ਼ ਨਹੀਂ ਲੱਭਦੀ ਤਾਂ ਵੀ ਬੋਲ ਹੋ ਜਾਂਦਾ, ਹੋ ਜਾਂਦੀ ਕੋਈ ਚੀਜ਼ ਨਾ ਆਵੇ ਤਾਂ ਵੀ ਕਰੀ ਹਸਬੈਂਡ ਨੂੰ ਕਹਿਣਾ ਪੈਂਦਾ ਕਿ ਤੁਹਾਨੂੰ ਤਾਂ ਪਤਾ ਹੀ ਹੈ ਘਰ 'ਚ ਚੀਜ਼ ਹੈ ਨਹੀਂ ਗੀ। ਪਰ ਇਹਦਾ ਨਹੀਂ ਆ ਕਿ ਤੂੰ ਉਹਦੇ ਨਾਲ ਬੇਪਰਤੀਤੀ ਕਰੇ। ਔਰ ਕੀ ਲਿਖਿਆ? ਕਿਉਂ ਜੋ ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਆਖਦਾ ਹੈ, ਹਾਂ, ਮੈਨੂੰ ਤਿਆਗ ਪੱਤਰ ਤੋਂ ਘਿਣ ਆਉਂਦੀ ਹੈ। ਮੈਨੂੰ ਤਿਆਗ ਪੱਤਰ ਤੋਂ ਮੈਨੂੰ ਕਿਰਨਾ ਆਉਂਦੀ ਹੈ, ਖੁਦਾ ਕਹਿੰਦਾ। ਔਰ ਅਤੇ ਉਸ ਤੋਂ ਜੋ ਆਪਣਾ ਵਸਤਰ ਜ਼ੁਲਮ ਨਾਲ ਢੱਕ ਲੈਂਦਾ ਹੈ। ਹਾਂ, ਸੈਨਾ ਦਾ ਯਹੋਵਾ ਆਖਦਾ ਹੈ, ਹਾਂ, ਤੁਸੀਂ ਆਪਣੇ ਆਤਮਿਆਂ ਵਿੱਚ ਖਬਰਦਾਰੀ ਕਰੋ ਔਰ ਅਤੇ ਬੇਪਰਤੀਤੀ ਨਾ ਕਰੋ। ਹਾਂ, ਤੁਸੀਂ ਆਪਣੀਆਂ ਗੱਲਾਂ ਨਾਲ ਯਹੋਵਾ ਨੂੰ ਅਕਾ ਦਿੱਤਾ, ਤਾਂ ਵੀ ਤੁਸੀਂ ਆਖਦੇ ਹੋ ਕਾਦੇ ਵਿੱਚ ਅਸਾਂ ਉਹਨੂੰ ਅਕਾ ਦਿੱਤਾ। ਹਾਂ, ਇਹ ਆਖਣ ਵਿੱਚ ਕਿ ਜਦ ਹਰੇਕ ਬੁਰੀਾਈ ਕਰਦਾ ਹੈ ਤਾਂ ਯਹੋਵਾ ਦੀ ਨਿਗਾਹ ਵਿੱਚ ਭਲਾ ਹੈ ਅਤੇ ਉਹ ਉਹਨਾਂ ਤੋਂ ਖੁਸ਼ ਹੈ, ਜਾਂ ਇਹ ਭਈ ਇਨਸਾਫ ਦਾ ਪਰਮੇਸ਼ਰ ਕਿੱਥੇ ਹੈ? ਸੁਣੀਏ, ਪਰਮੇਸ਼ਰ ਨੂੰ ਨਿਰਾਸ਼ ਕੀਤਾ, ਤੂੰ ਆਪਣੀ ਜਵਾਨੀ ਦੀ ਤੀਵੀਂ ਨਾਲ ਬੇਪਰਤੀਤੀ ਕੀਤੀ, ਉਹਦੇ ਨਾਲ ਤੇਰਾ ਜੀਵਨ ਅੱਛਾ ਨਹੀਂ ਰਿਹਾ। ਇਹ ਗੱਲ ਪਰਮੇਸ਼ਰ ਨੂੰ ਘਿਨਾਉਣੀ ਲੱਗੀ। ਪਦੈਸ਼ ਤੋਂ ਜਿਹੜੇ ਖੁਦਾ ਨੇ ਬਣਾਇਆ ਮੀਆਂ ਬੀਬੀ ਨੂੰ, ਉਤਪਤੀ ਤੋਂ ਉਹਨੂੰ ਕਿਹਾ ਤੁਸੀਂ ਦੋ ਨਹੀਂ, ਤੁਸੀਂ ਕੀ ਹੋ? ਇੱਕ ਹੋ। ਮਰਦ ਆਪਣੇ ਮਾਪੇ ਛੱਡ ਕੇ ਆਪਣੀ ਵਾਈਫ ਨਾਲ ਕੀ ਰਹੇਗਾ? ਮਿਲਿਆ ਰਹੇਗਾ, ਮਿਲਿਆ ਰਹੇਗਾ। ਉਹ ਕਿੰਨਾ ਵੀ ਕੁਛ ਹੋ ਜਾਏ, ਉਹਨੂੰ ਇਹ ਸਿਖਾਇਆ ਗਿਆ ਕਿ ਉਹ ਮਿਲਿਆ ਰਹੇਗਾ ਉਹਦੇ ਨਾਲ। ਬਾਈਬਲ ਕਹਿੰਦੀ ਹੈ ਤਾਂ ਕਿ ਉਹਨਾਂ ਦਾ ਸਿਸਟਮ ਜਿਹੜਾ ਘਰ ਦਾ ਵਿਗੜੇ ਨਾ, ਠੀਕ ਚੱਲੇ। ਜੇ ਬਾਈਬਲ ਨਹੀਂ ਪੜ੍ਹਦੇ ਫਿਰ ਸਮੱਸਿਆ ਰਹਿਣੀ ਹੈ। ਯਹੋਵਾ ਉਹਦੀ ਦੁਆ ਵੀ ਕਰਾਉਣੀ। ਕੱਲ ਪਰਸੋਂ ਇੱਕ ਮੈਂ ਮੈਸੇਜ ਸੁਣਿਆ ਪਾਲ ਦਿਨਾ ਕਰਨ ਦਾ, ਉਹਨੇ ਛੋਟਾ ਜਿਹਾ ਇੱਕ ਮੈਸੇਜ ਪਾਇਆ ਕਿ ਜਿਹੜੀਆਂ ਸਮੱਸਿਆ ਰਹਿੰਦੀਆਂ ਹਨ, ਉਹ ਕਹਿੰਦੇ ਮੈਨੂੰ ਖੁਦਾ ਨੇ ਕਿਹਾ ਕਿ ਜਿਹੜੀ ਉਹ ਇੱਕ ਜਗ੍ਹਾ ਸਿਖਾ ਰਹੇ ਸੀ ਕਿਤੇ ਨੂੰ, ਹਾਲ ਦੇ ਅੰਦਰ, ਹਾਲ ਦੇ ਵਿੱਚ ਇੰਨੇ ਲੋਕ ਨਹੀਂ ਸੀ, ਹੋਊਗਾ 1000-2000 ਆਦਮੀ, ਹਾਲ ਦੇ ਅੰਦਰ ਟੀਚਿੰਗ ਦੇ ਰਹੇ ਕਿ ਮੈਨੂੰ ਪੁੱਤਰ ਆਤਮਾ ਨੇ ਕਿਹਾ ਕਿ ਅੱਜ ਇਹ ਗੱਲਾਂ ਸਿਖਾਉਣੀਆਂ। ਜਿਹੜੇ ਲੋਕ ਸਵੇਰੇ ਉੱਠ ਕੇ ਬਾਈਬਲ ਪੜ੍ਹਨਗੇ, ਖੁਦਾ ਨੇ ਕਿਹਾ ਉਹ ਵਚਨ ਮੇਰਾ ਉਹਨਾਂ ਨੂੰ ਪਵਿੱਤਰ ਰੱਖੇਗਾ।
फिर उन्हों की प्रार्थना भी प्रभावशाली होगी। उन्होंने घर विच भी खुदा काम करेगा जे उहदे परिवार दे जी बाइबल नाल जुड़ जाणगे। तो उन्हें कहा जिन्होंने ये सिखाना है, खुदा ने कहा। वो मैं सुनिया 15-20 मिनट का मैसेज थी, वो काफ़ी गल्लां मैनूं अच्छियां लगियां, कि बहुत अच्छियां गल्लां सी अंदर, कि ये सच्चाई है। कई बारी असीं जिहड़े पेरेंट्स आ, साडियां प्रॉब्लमां साडे बच्चों ते आ सकदियां हन साडे करके। कई बारी बच्चों दीयां प्रॉब्लमां च शैतान की करदा, जिल्ले देखदा कि किसी पासों हत्थ नहीं आ रहा, वो फिर बच्चों विच शुरू हो जाता। कितने ना कितों आके उन्हें परिवार नूं हिलाना है, उन्हें कितों आ जाना, उन्हें वो इदा बोलते पे कितने कितों आंदा है, वो आके तुहाडे परिवार नूं। पर तुसीं उहदे वचन ते दुआ च लगे रहो, परमेश्वर तुहाडे नाल गल करेगा, वो तुहाडे रस्तियां नूं मुबारक करेगा। इहदा सिखा रहे सी। वो गल्लां मैं सुनिया, कुछ गल्लां मैनूं उहदे बहुत अच्छियां लगियां ते लभियां। मैं तुहानूं दसना चाहुंदा, तुहाडे विच भी बहुते लोग के सवेरे दुआ कर लैणगे, बाइबल नहीं पढ़ते। उहदे दी कमजोरी ही उन्होंने पिछे लै जाएगी। जिले बाइबल पढ़ी होगी तो बाइबल लैके दुआ करोगे तो खुदा काम करेगा। तुहानूं चाहिए सवेरे उठ के बाइबल नूं पढ़ना, बाइबल पढ़नी, बाइबल सीखनी। एक चैप्टर शुरू करिए कि मैं इनू पूरा करना है। मसीह विच मैं तुहानूं बेनती करदा कि ये गल मैनूं चंगी लगी, सवेरे उठ के बाइबल मनन करिए, फिर दुआ करिए। पहला तेरी खुराक ये है। बहुत लोगों को सवेरे आदत है ना, वो चाह ना कुछ लेंदे, खाली पेट नहीं पींदे। उन्होंने आदत बनी हुई उन्होंने पी उहदे अंदर चाह जाती ही नहीं जब तक वो कुछ ना कुछ खाण ना उन्होंने चाह चंगी लगती। कि तुहानूं किदां चंगा लगदा कि बिना कलाम तो तुसीं दुआ च बह जांदे। इनू लैके दुआ च बैठोगे, ये पढ़ोगे पहले सवेरे उठ के, फिर तेरी दुआ बाइबल कहंदी प्रभावशाली होगी। इधर लिखा है, जिहड़ा वचन सुनन तो कन फेरदा, उहदी प्रार्थना भी किनाउणी आ। वो प्रेयर करेगा तो वो प्रभावशाली नहीं। जिहड़ा इनू पहल देगा, जिहड़ी गल मैं परसों सीखी पौल दिना करको, इनू पहल देगा सवेरे उठ के, फिर उसकी प्रार्थना प्रभावशाली होगी। मेरे भैन भराओ, किते अपने जीवन साथी नूं धोखा तो नहीं दे रहे तुसीं? तुहाडा जीवन साथी किते धोखे च तो नहीं है तुहाडे तो? तू किते अपनी वाइफ नूं धोखा तो नहीं दे रहा? किते तू अपने हसबैंड नूं धोखा तो नहीं दे रही? किते जिहदे नाल तू वाचा बनी परमेश्वर दे सिंघासन दे सामने कि मैं दुख सुख विच इहदे नाल चलांगी? किते गड़बड़ तेरे मन विच? यही तेरा शराब तेरे दिन मौत दे घाट तारेगा। मैं बहुतिਆਂ ਨੂੰ देखा तंग आके उन्होंने पाप ਨੂੰ मारिया। बाइबल कहती तेरा पाप ही तेनू मारेगा। उन्होंने आत्महत्या कर ली। उन्होंने पाप करके, उन्हें कोई मुश्किल कोई नहीं है, उन्होंने अपना गुनाह ही उन्होंने मारेगा। बाइबल कहती है उनका पाप उन्होंने मारेगा, तो पाप की मजदूरी बाइबल कहती मौत है। मैं गोलियां खा लिया, मैं गला घोट लिया, मैं छाल मारती, गड्डी थले सिरता, वो विचार दुष्ट आत्मा वालों आते हैं। डायरेक्ट मैंने सामने पुस्तक लिखते हैं, वो पैदा करता। उन्हें कई इस किस्म दी बदरूआं कढ़ियां डायरेक्ट ने, बहुत से सेवक रहे दुनिया के, उन्होंने बहुत सारिया दुष्ट आत्मा कढ़ियां। मजबूर कर दिता गया उन्होंने कि तू मर जा रहे हो, चंगा तेरे लिए कुछ नहीं होना। वो मतलब शैतान नूं जगह दी, तद लिखा उन्होंने अवसर ना दो, थां ना दिओ। वो हर वेले लभदा फिरदा किनू पाड़ खावे। मसीह विच मेरे भैन भराओ, अपने जीवन साथी ना अपनी वफादारी निभाओ। ये बाइबल की गल है। मैं तेन साफ करना, जे कितने मिस्टेक हुई आ तो प्राश्चित करिए। प्रभु पढ़ती तो मैं बाइबल हैगी हाँ, पर गलतियां बहुत हुई हैं, पाप हुए। गलती नहीं कह सकते, पाप कह सकते। गलती होर हुंदी आ, पाप होर हुंदे आ। गलत हुंदा अचानक कितने हो गया, कोई इदां दी गड़बड़ हो गई, पाप होर हुंदा है। हो गई है तो प्राश्चित ना जीवो, नहीं तो तेनू तेरा पाप नरक विच लै जाएगा।
ਇੱਥੇ ਲੱਗਦਾ ਨਹੀਂ ਆ, ਮਹਿਸੂਸ ਨਹੀਂ ਕਰਦੇ, ਲੇਕਿਨ ਜਿਹੜੇ ਦਿਨਕਰ ਦੀ ਕਿਤਾਬਾਂ ਪੜ੍ਹੋ ਤੇ ਲਿਖਿਆ ਕਿੰਨਾ ਤਕਲੀਫ ਆ। ਮੈਂ ਦੇਖਿਆ ਆ, ਲੋਕ ਕਲਪਦੇ ਪਏ ਆ, ਉਹ ਸੱਗ ਚੋਂ ਨਿਕਲਣੀ, ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਪਏ ਆ, ਉਹ ਰੱਗ ਨੂੰ ਫਿਰ ਖਿੱਚ ਕੇ ਥੱਲੇ ਲੈ ਜਾਂਦੀ। ਉਹ ਆਂਦੇ ਚਲਾਉਂਦੇ ਆ, ਜਿਹੜੀਆਂ ਆਤਮਾ ਚਲੇ ਜਾਂਦੀਆਂ, ਦਿਨਕਰ ਕਹਿੰਦਾ ਉਹ ਬਾਹਰ ਆਉਂਦੀਆਂ ਉੱਪਰ ਤੱਕ, ਉਹ ਜ਼ੋਰ ਮਾਰ ਕੇ ਫਿਰ ਉਹ ਅੱਗ ਖਿੱਚ ਕੇ ਲੰਬ ਜਿਹੜੀ ਥੱਲੇ ਲੈ ਜਾਂਦੀ। ਉਹ ਕਹਿੰਦੇ ਮੈਂ ਕਿਉਂ ਇੱਥੇ ਆ ਗਿਆ ਨਾ। ਮੇਰੇ ਭੈਣ ਭਰਾ, ਅੱਜ ਮਹਿਸੂਸ ਨਹੀਂ ਹੋ ਰਿਹਾ ਅਸੀਂ, ਕਿਉਂਕਿ ਸਾਨੂੰ ਸਮਝ ਹੀ ਨਹੀਂ ਆ ਰਹੀ, ਸਾਨੂੰ ਦਿਖ ਨਹੀਂ ਰਿਹਾ ਕੁਛ ਵੀ। ਸੱਟ ਲੱਗਣ ਤੋਂ ਬਾਅਦ ਦਰਦ ਦਾ ਪਤਾ ਲੱਗਾ, ਸੱਟ ਲੱਗਣ ਤੋਂ ਪਹਿਲਾਂ ਕੋਈ ਦਰਦ ਨਹੀਂ। ਜਿਹੜੇ ਤੁਸੀਂ ਕਿਤੇ ਦਬਾਅ ਦੇ ਥੱਲੇ, ਫੇਰ ਪਤਾ ਲੱਗਾ ਦਰਦ ਕੀ। ਨਰਕ ਵਿੱਚ ਜਾ ਕੇ ਤੁਹਾਨੂੰ ਪਤਾ ਲੱਗਣਾ, ਹਲੇ ਕੋਈ ਤੁਹਾਨੂੰ ਲੱਗਦਾ ਨਹੀਂ ਕੁਛ ਵੀ, ਹਲੇ ਤਾਂ ਲੱਗਦਾ ਠੀਕ ਆ, ਸਾਰਾ ਕੁਛ ਹੋ ਗਿਆ। ਮੈਂ ਤੁਹਾਨੂੰ ਮਸੀਹ ਵਿੱਚ ਬੇਨਤੀ ਕਰਦਾ, ਪਰਮੇਸ਼ਰ ਕੋਲ ਪ੍ਰਾਚਿਤ ਨਾਲ ਆਪਣਾ ਜੀਵਨ ਜੀਵੋ ਕਿ ਪ੍ਰਭੂ ਜ਼ਿੰਦਗੀ 'ਚ ਹੋ ਗਿਆ ਮੇਰੇ ਕੋਲ, ਅੱਜ ਮੈਂ ਸੁਣਿਆ ਕਿ ਮੈਨੂੰ ਆਪਣੇ ਜੀਵਨ ਸਾਥੀ ਨਾਲ ਬੇਪ੍ਰਤੀਤੀ ਨਹੀਂ ਕਰਨੀ, ਮੈਂ ਹਰ ਗੱਲ 'ਚ ਖਰਾ ਉਤਰਨਾ ਹੈ, ਤੇ ਤੇਰਾ ਖੁਦਾ ਤੈਨੂੰ ਉਸ ਨਰਕ ਦੇ ਦੰਡ ਵਿੱਚੋਂ ਬਚਾ ਲੇਗਾ। ਪਰਮੇਸ਼ਰ ਤੁਹਾਨੂੰ ਅੱਜ ਦੇ ਵਚਨ ਤੋਂ ਸੁਣੇ ਤੇ ਪੜ੍ਹੇ ਜਾਣ ਤੇ ਬਰਕਤ ਦੇ। ਅੱਖਾਂ ਬੰਦ ਰੱਖਾਂਗੇ।